ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ। ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ। ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਭ ਤੂੰ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤਿਆ। ਸਭ ਤੂੰ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤਿਆ। ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ। ਪੁਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਇਆਲਾ। ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ। ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ। ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ। ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੋਵੋ। ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ। ਜੋ ਬੂੰਦਹਿ ਚਾਤ੍ਰ ਕੁਮੌਲਾ ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਇ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਹਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
जुग हो जुग अटल। तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जियो। वड्डियां भागां वाले हो, हफ्तावारी दीवान जो आप सिख संगतां बड़े प्रेम शरधा विच भेज के हर ऐतवार वाले दिन उचेचे तौर ते भारी गिणती विच लंबेरा समा कढ के सतगुरां दी पावन गोद विच जुड़ बैठ के ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਗੁਰੂ ਦੀ ਮਿਹਰ ਸਦਕਾ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੱਜ ਇਸ ਪਾਵਨ ਅਸਥਾਨ ਤੇ ਸਾਡੇ ਸ਼੍ਰੋਮਣੀ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਪਵਿੱਤਰ ਜਨਮ ਦਿਹਾੜਾ ਜੋ ਕਿ ਆਪਾਂ 27 ਜਨਵਰੀ ਨੂੰ ਮਨਾਇਆ, ਅੱਜ ਫਿਰ ਤੁਸੀਂ ਬੜੇ ਪ੍ਰੇਮ ਸ਼ਰਧਾ ਭਿੱਜ ਕੇ ਮਨਾ ਰਹੇ ਹੋ। ਆਓ ਗੁਰਮੁਖੋ, ਇਸ ਪਾਵਨ ਅਸਥਾਨ 'ਤੇ ਜਿੱਥੇ ਕੀਰਤਨ ਦੀ ਲੜੀ ਚੱਲਦੀ ਹੈ, ਜਿੱਥੇ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਉੱਥੇ ਤੁਸੀਂ ਤਰਸ ਕਰਕੇ ਥੋੜ੍ਹਾ ਜਿਹਾ ਸਮਾਂ ਗੁਰਸ਼ਬਦ ਦੀ ਵਿਚਾਰ ਦਾ ਵੀ ਸਮਾਂ ਬਖਸ਼ਿਸ਼ ਕਰਦੇ ਹੋ। ਅੱਜ ਵੀ ਆਪ ਜੀ ਨੇ ਬਖਸ਼ਿਸ਼ ਕੀਤੀ। ਆਓ ਜਿਤਨਾ ਸਮਾਂ ਬਖਸ਼ਿਸ਼ ਕੀਤਾ ਹੈ, ਉਸ ਸਮੇਂ ਵਿੱਚ ਰਹਿ ਕੇ ਅੱਜ ਉਸ ਗੁਰਸਿੱਖ ਦੀਆਂ ਵਡਿਆਈਆਂ ਕਰਨੀਆਂ ਨੇ, ਜਿਸ ਗੁਰਸਿੱਖ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਦੇ ਹਵਾਲੇ ਕਰ ਦਿੱਤੀ। ਆਓ ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਇਤਿਹਾਸ ਜਿੰਨਾ ਕੁ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲਿਆ, ਮੈਂ ਆਪ ਸੰਗਤਾਂ ਨਾਲ ਸਾਂਝਾ ਕਰਨਾ। ਗੁਰਮੁਖੋ, ਸੰਨ 1682 ਈਸਵੀ ਨੂੰ 27 ਜਨਵਰੀ ਨੂੰ ਕਹਿ ਲਈ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਪਾਹੂਵਿੰਡ ਪਿੰਡ। ਉਸ ਪਿੰਡ ਦੇ ਵਿੱਚ ਭਾਈ ਭਗਤਾ ਜੀ, ਸਧਾਰਨ ਜੇ ਇਹ ਪਰਿਵਾਰ ਹੈ, ਕੋਈ ਅਮੀਰ ਨਹੀਂ, ਕੋਈ ਬਹੁਤ ਜ਼ਿਆਦਾ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨਹੀਂ, ਆਮ ਇਹ ਪਰਿਵਾਰ ਹੈ। ਭਾਈ ਭਗਤਾ ਜੀ, ਉਹਦੇ ਘਰ ਦੇ ਵਿੱਚ ਮਾਤ ਜਿਉਣੀ ਜੀ ਦੀ ਕੁੱਖ ਦੇ ਵਿੱਚੋਂ ਇਸ ਮਹਾਨ ਗੁਰਸਿੱਖ ਸੂਰਮੇ ਦਾ ਬੱਚੇ ਦਾ ਜਨਮ ਹੋਇਆ ਹੈ। ਸੰਨ 1682 27 ਜਨਵਰੀ ਨੂੰ। ਤੇ ਮੈਂ ਬੇਨਤੀ ਕਰਦਿਆਂ, ਸੰਨ 1682 ਨੂੰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੀ ਉਮਰ ਉਸ ਵੇਲੇ 16 ਸਾਲ ਦੀ ਸੀ, 9 ਸਾਲ ਦੀ ਉਮਰ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਦੇ ਵਾਰਸ ਬਣੇ ਨੇ। ਅੱਜ ਹਲੇ 7 ਕੁ ਸਾਲ ਦਾ ਸਮਾਂ ਹੋਇਆ ਸੀ। ਆਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਮਤਾਂ ਵਰਤਾ ਰਹੇ ਸਨ ਜਦੋਂ ਇਸ ਬੱਚੇ ਦਾ ਜਨਮ ਹੋਇਆ, ਬਾਬਾ ਦੀਪ ਸਿੰਘ ਜੀ ਦਾ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ। ਕੁਝ ਸਾਲ ਉਹਨਾਂ ਨੇ ਘਰ ਵਿੱਚ ਬਤੀਤ ਕੀਤੇ ਨੇ। ਮਾਤ ਜਿਉਣੀ ਜੀ ਨੇ, ਭਾਈ ਭਗਤਾ ਜੀ ਨੇ ਬਹੁਤ ਲਾਡ ਪਿਆਰ ਦੇ ਨਾਲ ਆਪਣੇ ਇਸ ਸੁਪੁੱਤਰ ਦੀ ਸੰਭਾਲ ਕੀਤੀ। ਉਹ ਤੇ ਇੱਕ ਪੁੱਤਰ ਜਾਣ ਕੇ ਹੀ ਸੰਭਾਲ ਕਰ ਰਹੇ ਸਨ, ਪਰ ਕੀ ਪਤਾ ਸੀ ਜਿਹੜਾ ਅੱਜ ਸਾਡੇ ਘਰ ਦੇ ਵਿੱਚ ਪੁੱਤਰ ਬਣ ਕੇ ਆਇਆ ਹੈ, ਪਤਾ ਨਹੀਂ ਕਿੰਨੀਆਂ ਕੁ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਆਇਆ ਹੈ। ਜਿਸ ਭਾਈ ਭਗਤੇ ਨੂੰ ਪਿੰਡ ਵਿੱਚ ਵੀ ਨਹੀਂ ਸੀ ਜਾਣਦੇ, ਜਿਸ ਮਾਂ ਜਿਉਣੀ ਨੂੰ ਪਿੰਡ ਵਿੱਚ ਹੀ ਕੁਝ ਸੱਜਣ ਜਾਣਦੇ ਸਨ, ਉਹਨੂੰ ਕੀ ਪਤਾ ਸੀ ਮਾਂ ਜਿਹੜਾ ਪੁੱਤਰ ਤੇਰੇ ਘਰ ਦੇ ਵਿੱਚ ਆਇਆ, ਸੱਚ ਜਾਣੀ ਇਹ ਵੀ ਅਮਰ ਹੋ ਗਿਆ ਹੈ। ਰਹਿੰਦੀ ਦੁਨੀਆ ਤੱਕ ਬਾਬਾ ਜੀ ਦਾ ਨਾਮ ਲੋਕ ਲੈਣਗੇ, ਤੇ ਜਿੱਥੇ ਬਾਬਾ ਦੀਪ ਸਿੰਘ ਦਾ ਨਾਮ ਲੈਣਗੇ, ਉੱਥੇ ਮਾਂ ਤੇਰਾ ਵੀ ਨਾਂ ਸਿੱਖ ਜਗਤ ਲਏਗਾ। ਸੁਨਹਿਰੀ ਅੱਖਰਾਂ ਦੇ ਵਿੱਚ ਇਸ ਬੱਚੇ ਦਾ ਨਾਮ ਲਿਖਿਆ ਜਾਏ। ਖੈਰ, ਕੁਝ ਕੁ ਸਾਲ ਆਪਣੇ ਪਿੰਡ ਦੇ ਵਿੱਚ ਬਤੀਤ ਕੀਤੇ ਨੇ। ਇੱਕ ਸ਼ਬਦ ਪੜ੍ਹਿਆ ਮੈਂ ਮੰਗਲਾ ਚਰਨ ਦੇ ਵਿੱਚ, ਗੁਰਮੁਖੋ, ਉਹ ਕਦੀ ਅਸੀਸ
ਬੀਬੀ ਭਾਨੀ ਜੀ ਨੇ ਆਪਣੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਸੀ। ਉਹਨਾਂ ਨੇ ਬੋਲ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਉਹ ਕਹਿਣ ਲੱਗੇ, ਬਚਪਨ ਵਿੱਚ ਮੇਰੀ ਮਾਂ ਨੇ ਮੈਨੂੰ ਆਹ ਅਸੀਸ ਦਿੱਤੀ ਸੀ। ਅਸੀਂ ਵੀ ਆਪਣੇ ਘਰਾਂ ਦੇ ਵਿੱਚ ਪੁੱਤਰ ਜਨਮ ਲੈਂਦਾ ਤੇ ਅਸੀਸ ਦਿੰਦੇ। ਕੀ ਅਸੀਸ ਦਿੰਦੇ? ਬੇਟਾ ਤੇਰੀ ਉਮਰ ਲੰਬੀ ਹੋਵੇ, ਬੇਟਾ ਤੂੰ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਏ, ਬੇਟਾ ਤੂੰ ਸੰਸਾਰ ਵਿੱਚ ਤਰੱਕੀਆਂ ਕਰੇ, ਬੇਟਾ ਤੂੰ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਇਹ ਸਾਡੀ ਅਸੀਸ ਹੈ। ਗੁਰਮੁਖੋ, ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਅਸੀਸ ਦੇਣੀ ਹੈ ਨਾ ਪੁੱਤਰ ਨੂੰ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜੋ ਬੀਬੀ ਭਾਨੀ ਜੀ ਨੇ ਬੱਚਿਆਂ ਨੂੰ ਅਸੀਸ ਦਿੱਤੀ ਉਹ ਦਈਏ। ਕਿਉਂਕਿ ਜਿਹੜੀਆਂ ਅਸੀਂ ਅਸੀਸਾਂ ਦਿੰਦੇ ਉਹਨਾਂ ਦਾ ਕੋਈ ਮਹਿਣਾ ਨਹੀਂ ਹੈ। ਜਿਹੜੀ ਅਸੀਸ ਸਾਡੀ ਰਸਨਾ ਤੋਂ ਨਿਕਲਦੀ ਨਾ, ਬੇਟਾ ਤੇਰੀ ਉਮਰ ਲੰਬੀ ਹੋਵੇ, ਇਹ ਉਮਰ ਸਾਡੇ ਕਹਿਣ ਨਾਲ ਲੰਬੀ ਨਹੀਂ ਹੋਣੀ। ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਬਚਨ ਕਹਿ ਰਹੇ, ਮਰਨ ਲਿਖਾਏ ਮੰਡਲ ਮੈਂ ਆਏ। ਮੌਤ ਦਾ ਸਮਾਂ ਲਿਖਾ ਕੇ ਕਿੰਨੇ ਕੁ ਸਾਲ ਜੀਣਾ ਹੈ, ਇਹ ਬੱਚਾ ਲਿਖਾ ਕੇ ਲੈ ਕੇ ਆਇਆ, ਪਰਮਾਤਮਾ ਨੇ ਲਿਖ ਦਿੱਤੀ। ਜਿਤਨੀ ਉਮਰ ਪਰਮਾਤਮਾ ਨੇ ਸਾਡੇ ਭਾਗਾਂ ਵਿੱਚ, ਬੱਚੇ ਦੇ ਭਾਗਾਂ ਵਿੱਚ ਲਿਖ ਦਿੱਤੀ, ਦੁਨੀਆ ਦੀ ਕੋਈ ਤਾਕਤ ਨਹੀਂ, ਨਾ ਉਹਨੂੰ ਵਧਾ ਸਕਦੀ ਨਾ ਘਟਾ ਸਕਦੀ। ਜਿਤਨੇ ਸਵਾਸ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਉਹਨੇ ਹੀ ਬੰਦਾ ਭੋਗ ਕੇ ਜਾਂਦਾ। ਖੈਰ, ਜੇ ਅਸੀਂ ਅਸੀਸ ਦੇਣੀ ਆਪਣੇ ਬੱਚਿਆਂ ਨੂੰ, ਉਹ ਗੁਰਬਾਣੀ ਪੜ੍ਹ ਕੇ ਉਹ ਅਸੀਸ ਦਈਏ, ਬੇਟਾ ਤੈਨੂੰ ਵਾਹਿਗੁਰੂ ਚੇਤੇ ਆ, ਬੇਟਾ ਤੇਰੀ ਸੰਗਤ ਗੁਰੂ ਨਾਲ ਬਣ ਜੇ, ਬੇਟਾ ਤੇਰਾ ਭੋਜਨ ਬਾਣੀ ਬਣ ਜੇ। ਇਹ ਅਸੀਸ ਮਾਤ ਜਿਉਣੀ ਜੀ ਨੇ ਆਪਣੇ ਪੁੱਤਰ ਨੂੰ ਦਿੱਤੀ, ਬਾਬਾ ਦੀਪ ਸਿੰਘ। ਉਹਨਾਂ ਦਾ ਬਚਪਨ ਦਾ ਨਾਮ ਸੀ ਭਾਈ ਦੀਪਾ। ਇੱਕ ਇੱਕ ਬਚਨ ਜੇ ਉਹ ਅਸੀਸ ਦਾ ਜੋ ਬਾਬਾ ਦੀਪ ਸਿੰਘ ਜੀ ਜੀਵਨ ਤੇ ਟੁਕਦਾ ਜੀ। ਗੁਰਮੁਖੋ, ਜੇ ਮਾਂ ਨੇ ਬਚਨ ਕਹਿ ਦਿੱਤੇ ਨਾ ਵੀ ਜਿਸ ਸਿਮਰਤ ਸਭ ਕਿਲ ਵਿਖ ਨਾ ਸੈਂ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਕਾ ਅੰਤ ਨਾ ਪਾਰੋ। ਹਰੇਕ ਮਾਂ ਦੀ ਇੱਛਾ ਹੈ ਮੇਰੇ ਪੁੱਤਰ ਦੀ ਖੁਰਾਕ ਚੰਗੀ ਹੋਵੇ, ਹਰੇਕ ਮਾਂ ਦੀ ਇੱਛਾ ਹੈ ਮੇਰੇ ਪੁੱਤਰ ਦੀ ਪੁਸ਼ਾਕ ਚੰਗੀ ਹੋਵੇ, ਹਰੇਕ ਮਾਂ ਦੀ ਇੱਛਾ ਹੈ ਮੇਰੇ ਪੁੱਤਰ ਦੀ ਸੰਗਤ ਚੰਗੀ ਹੋ ਜਾਏ। ਕਿਹੜੀ ਮਾਂ ਚਾਹੁੰਦੀ ਮੇਰਾ ਪੁੱਤਰ ਕੋ ਸੰਗਤ ਵਿੱਚ ਪੈ ਜਾਏ? ਕਿਹੜੀ ਮਾਂ ਚਾਹੁੰਦੀ ਮੇਰਾ ਪੁੱਤਰ ਗਲਤ ਬੰਦਿਆਂ ਦੀ ਸੰਗਤ ਵਿੱਚ ਜਾਵੇ, ਮਾੜੇ ਕਰਮ ਕਰੇ? ਹਰੇਕ ਮਾਂ ਚਾਹੁੰਦੀ ਮੇਰਾ ਪੁੱਤਰ ਦੀ ਸੰਗਤ ਚੰਗੀ ਹੋਏ। ਪਰ ਕਿਹੜੀ ਸੰਗਤ ਚੰਗੀ ਹੈ, ਇਹ ਸ਼ਬਦ ਵਿੱਚੋਂ ਵੇਖਣਾ ਪਏ। ਗੁਰਮੁਖੋ, ਜੇ ਸੰਗਤ ਦੀ ਦਾਤ ਮੰਗਣੀ ਹੈ ਨਾ ਪੁੱਤਰ ਵਾਸਤੇ, ਤੇ ਇਹ ਦਾਤ ਮੰਗੀਏ ਗੁਰੂ ਦੀ ਸੰਗਤ ਮਿਲ ਜਾਏ, ਗੁਰਮੁਖਾਂ ਦੀ ਸੰਗਤ ਮਿਲ ਜਾਏ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ। ਵੇਖੋ, ਇਹ ਸੰਗਤ ਨੇ ਬੇੜੇ ਪਾਰ ਕਰਨੇ ਜੀ। ਜੇ ਕਿਤੇ ਸੰਗਤ ਮਿਲ ਜੇ ਗਲਤ ਬੰਦਿਆਂ ਦੀ, ਅੱਜ ਅਸੀਂ ਮਾਤਾ ਪਿਤਾ ਦੇ ਕਹਿੰਦੇ ਆ ਨਾ ਵੀ ਸਾਡੇ ਬੱਚੇ ਵਿਗੜ ਗਏ ਨੇ ਜੀ, ਉਹ ਨਸ਼ਈ ਬਣ ਗਏ ਨੇ ਜੀ, ਉਹ ਗੈਂਗ ਦੇ ਵਿੱਚ ਰਲ ਗਏ ਨੇ, ਇਹ ਕਾਰਨ ਕੀ ਸੀ? ਤੇ ਇੱਕੋ ਹੀ ਜਵਾਬ ਆਉਂਦਾ, ਇਹਦੀ ਸੰਗਤ ਮਾੜੀ ਹੋ ਗਈ। ਮਾੜੇ ਬੰਦਿਆਂ ਨਾਲ, ਮਾੜੇ ਬੱਚਿਆਂ ਨਾਲ ਸੰਗਤ ਹੋ ਜਾਏ, ਸਾਡਾ ਬੱਚਾ ਵਿਗੜ ਜਾਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਉਸੇ ਬੱਚੇ ਦੀ ਸੰਗਤ ਚੰਗੀ ਹੋ ਜਾਏ ਤੇ ਬੱਚਾ ਸੋਹਣੇ ਜੀਵਨ ਵਾਲਾ ਬਣ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਸੰਗਤ ਮਿਲੀ, ਕਿਹਨਾਂ ਦੀ ਮਿਲੀ? ਨਾਮ ਜਪਣ ਵਾਲਿਆਂ, ਗੁਰਮੁਖਾਂ ਦੀ ਮਿਲੀ। ਮਨਮੁਖਾਂ ਦੀ ਸੰਗਤ ਨਹੀਂ ਮਿਲੀ, ਗੁਰਮੁਖਾਂ ਦੀ ਸੰਗਤ ਮਿਲੀ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲੀ। ਤੇ ਕਬੀਰ ਸਾਹਿਬ ਕਹਿਣ ਲੱਗੇ, ਉਹਨਾਂ ਦੀ ਸੰਗਤ ਕਰਕੇ ਮੈਂ ਵਿਗੜ ਗਿਆ। ਵਿਗੜ ਕੇ ਕੀ ਚੋਰ ਬਣ ਗਿਆ, ਡਾਕੂ ਬਣ ਗਿਆ, ਨਸ਼ਈ ਬਣ ਗਿਆ, ਜੁਆਰੀ ਬਣ ਗਿਆ? ਜੇ ਤੂੰ ਜੁਆਰੀਆਂ ਦੀ ਸੰਗਤ ਕੀਤੀ ਹੁੰਦੀ ਤੇ ਜੁਆਰੀ ਬਣਨਾ ਸੀ, ਜੇ ਵਕਾਰੀਆਂ ਦੀ ਸੰਗਤ ਕੀਤੀ ਹੁੰਦੀ ਤੇ ਵਕਾਰੀ ਬਣਨਾ ਸੀ, ਜੇ ਚੋਰਾਂ ਦੀ ਸੰਗਤ ਕੀਤੀ ਹੁੰਦੀ ਤੇ ਚੋਰ ਬਣਨਾ ਸੀ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਮੈਂ ਸੰਤਾਂ ਦੀ ਸੰਗਤ ਕੀਤੀ ਤੇ ਸੰਤਾਂ ਦੀ ਸੰਗਤ ਕਰਕੇ ਮੈਂ ਵਿਗੜ ਕੇ ਕੀ ਬਣ ਗਿਆ? ਪਰਮਾਤਮਾ ਦਾ ਰੂਪ ਬਣ। ਉਹ ਕਬੀਰ ਸਾਹਿਬ ਦਾ ਬਚਨ, ਸੰਤਨ ਸੰਗ ਕਬੀਰਾ ਬਿਗੜਿਓ। ਹੋਇਆ ਕੀ? ਰਿਜ਼ਲਟ ਕੀ ਨਿਕਲਿਆ? ਸੋ ਕਬੀਰ ਸੰਤਨ ਰਾਮੇ ਹੋਏ ਨਿਬਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਰਾਮ ਦਾ ਰੂਪ ਬਣ ਗਿਆ ਜੀ, ਪਰਮਾਤਮਾ ਦਾ ਰੂਪ ਬਣ। ਗੁਰਮੁਖੋ, ਜੇ ਕਬੀਰ ਨੇ ਸੰਤਾਂ ਦੀ ਸੰਗਤ ਕੀਤੀ ਤੇ ਰਾਮ ਦਾ ਰੂਪ ਬਣ ਗਿਆ, ਤੇ ਜਿਹੜਾ ਸਿੱਖ ਗੁਰੂ ਦੀ ਸੰਗਤ ਕਰੇਗਾ ਉਹ ਕਿਉਂ ਨਾ ਬ੍ਰਹਮ ਗਿਆਨੀ ਬਣੇਗਾ, ਉਹ ਕਿਉਂ ਨਾ ਮਹਾਂਪੁਰਖ ਬਣੇਗਾ। ਉਹ ਸੰਗਤ ਕੀਤੀ ਸੀ ਬਾਬਾ ਦੀਪ ਸਿੰਘ ਜੀ। ਉਹ ਸੰਗਤ ਕਿਵੇਂ ਮਿਲੀ? ਮਾਂ ਦੀ ਪ੍ਰੇਰਨਾ। ਅਰਦਾਸ ਕੀਤੀ, ਹੇ ਧੰਨ ਗੁਰੂ ਰਾਮਦਾਸ ਮਹਾਰਾਜ, ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਹੋਵੇ, ਅੰਮ੍ਰਿਤਸਰ ਦੇ ਨੇੜੇ ਪਿੰਡ ਹੋਵੇ, ਤੇ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਜਨਮ ਦੇ ਕੇ ਹਰਿਮੰਦਰ ਸਾਹਿਬ ਮੱਥਾ ਟਿਕਾਉਣ ਨਹੀਂ ਜਾਏਗੀ?
ਕੋਈ ਸਾਕਤ ਬੰਦਾ ਹੀ ਹੋਏਗਾ ਨਾ, ਕੋਈ ਨਾਸਤਕ ਹੀ ਮਾਂ ਹੋਏਗੀ ਜਿਹੜੀ ਅੰਮ੍ਰਿਤਸਰ ਵਿੱਚ ਰਹਿੰਦੀ ਹੋਵੇ ਤੇ ਦਰਬਾਰ ਸਾਹਿਬ ਮੱਥਾ ਟੇਕਣ ਨਾ ਗਈ। ਨਿਤੇ ਹਰੇਕ, ਹੁਣ ਵੇਖੋ ਨਾ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋ, ਹਰੇਕ ਸਿੱਖ ਦੀ ਭਾਵਨਾ ਹੁੰਦੀ ਹੈ ਜਦੋਂ ਮੈਂ ਇੰਡੀਆ ਜਾਵਾਂ ਸਭ ਤੋਂ ਪਹਿਲਾਂ ਮੈਂ ਹਰਿਮੰਦਰ ਸਾਹਿਬ ਨਤਮਸਤਕ ਹੋਣਾ, ਤੇ ਹੋਣਾ ਵੀ ਚਾਹੀਦਾ। ਜਿਸ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸੀ ਮਾਣ ਰਹੇ, ਜਿਸ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿੱਤਾ ਖਾ ਰਹੇ, ਜਿਸ ਗੁਰੂ ਦੀ ਕਿਰਪਾ ਦੇ ਨਾਲ ਇੰਨੀਆਂ ਤਰੱਕੀਆਂ ਕੀਤੀਆਂ ਨੇ, ਕਿ ਉਹ ਗੁਰੂ ਸਾਨੂੰ ਭੁੱਲ ਸਕਦਾ? ਜੇ ਭੁੱਲ ਗਿਆ ਤੇ ਸਿੱਖ ਨਹੀਂ ਹੋ ਸਕਦਾ। ਜੇ ਗੁਰੂ ਰਾਮਦਾਸ ਮਹਾਰਾਜ ਦਾ ਦਰ ਭੁੱਲ ਗਿਆ, ਉਹ ਸਿੱਖ ਅਖਵਾਉਣ ਦੇ ਯੋਗ ਨਹੀਂ। ਗੁਰਮਖੋ ਫਰਜ਼ ਬਣਦਾ ਸਾਡਾ, ਗੁਰੂ ਰਾਮ, ਇਹ ਸਾਡਾ ਸਿੱਖੀ ਦਾ ਧੁਰਾ ਹੈ। ਮੈਂ ਅੱਗੇ ਜਾ ਕੇ ਬੇਨਤੀ ਕਰਨੀ, ਬਾਬਾ ਦੀਪ ਸਿੰਘ ਦੇ ਜੀਵਨ ਵਿੱਚੋਂ ਉਹ ਕਿਹੜੀ ਸ਼ਕਤੀ ਸੀ ਜਿਹੜੀ ਬਾਬਾ ਦੀਪ ਸਿੰਘ ਨੂੰ ਇੱਕ ਹੱਥ ਦੇ ਉੱਤੇ ਉਹਨਾਂ ਨੇ ਆਪਣੇ ਸਿਰ ਨੂੰ ਸਹਾਰਾ ਦਿੱਤਾ ਹੈ। ਕਿਉਂਕਿ ਅੱਜ ਕੱਲ੍ਹ ਤੇ ਗੱਲਾਂ ਕਰਨ ਲੱਗਿਆ ਵੀ ਥੋੜ੍ਹਾ ਜਿਹਾ ਮਨ ਕੰਬਦਾ ਨਾ, ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਕਿੰਤੂ ਪਰੰਤੂ ਕਰ ਦੇਣਾ। ਸਾਡੇ ਮਨਾਂ ਵਿੱਚੋਂ ਸ਼ਰਧਾ ਹੀ ਨਹੀਂ ਰਹੀ, ਸਾਡੇ ਮਨਾਂ ਦੇ ਭਾਵਨਾ ਹੀ ਨਹੀਂ ਰਹੀ। ਅਸੀਂ ਤੇ ਤਰਕਵਾਦੀ ਬਣ ਗਏ, ਤਰਕ ਨਾਲ ਭਰੇ ਪਏ। ਗੱਲ ਕਰਦੇ ਆ ਵੀ ਬੰਦਾ ਡਰਦਾ, ਪਤਾ ਨਹੀਂ ਕੀ ਅੱਗੋਂ ਫੋਨ ਆ ਜਾਣੇ, ਕਿਸੇ ਨੇ ਕੀ ਕਹਿ ਦੇਣਾ। ਪਰ ਵੇਖੋ, ਜੇ 75 ਸਾਲ ਦੀ ਉਮਰ ਵਿੱਚ, ਅੱਜ 75 ਸਾਲ ਦਾ ਬਜ਼ੁਰਗ ਹੋਵੇ ਗੁਰਮਖੋ, ਉਹਨੂੰ ਤੇ ਬਾਥਰੂਮ ਤੱਕ ਲਿਜਾਣ ਲੱਗਿਆ ਵੀ ਸਹਾਰੇ ਦੀ ਲੋੜ ਪੈਂਦੀ ਏ, ਉਹਨੂੰ ਤੇ ਮੰਜੀ ਤੋਂ ਉਠਾਉਣ ਲੱਗਿਆਂ ਵੀ ਲੋੜ ਪੈਂਦੀ ਏ, ਜੇ ਕਿਤੇ ਦਵਾਈ ਦੇਣੀ ਤੇ ਉਹ ਵੀ ਪਾਣੀ ਦਾ ਗਲਾਸ ਉਹਨੂੰ ਦੇਣਾ ਪੈਂਦਾ। ਪਰ 75 ਸਾਲ ਦੀ ਉਮਰ ਦੇ ਵਿੱਚ ਜਿਸ ਬਾਬਾ ਦੀਪ ਸਿੰਘ ਦਾ ਅੱਜ ਜਨਮ ਦਿਹਾੜੇ ਦੀ ਆਪਾਂ ਖੁਸ਼ੀ ਵਿੱਚ ਬੈਠੇ ਹਾਂ, 75 ਸਾਲ ਦੀ ਉਮਰ ਏ, 18 ਸੇਰ ਦਾ ਖੰਡਾ। ਅੱਜ ਤੇ ਇੱਕ ਨੌਜਵਾਨ ਬੱਚਾ ਵੀ ਮੈਨੂੰ ਨਹੀਂ ਲੱਗਦਾ ਵੀ 18 ਸੇਰ ਦਾ ਖੰਡਾ ਇੰਨਾ ਭਾਰਾ ਚੁੱਕ ਕੇ ਤੇ ਤੁਰ ਲੈਗਾ। ਉਸ ਬਜ਼ੁਰਗ ਦੇ ਵਿੱਚ ਕਿੱਥੋਂ ਤਾਕਤ ਆ ਗਈ ਇੰਨੀ ਜੀ? 75 ਸਾਲ ਦੀ ਉਮਰ ਹੋਵੇ, 18 ਸੇਰ ਦਾ ਹੱਥ ਵਿੱਚ ਖੰਡਾ ਹੋਵੇ। ਸੇਰ ਜੇ ਨਹੀਂ ਸਮਝ ਆਉਂਦੀ ਤੇ ਕਿਲੋ ਕਹਿ ਦਈਏ ਆਪਾਂ, ਕਿਉਂਕਿ ਪੁਰਾਣੀ ਬੋਲੀ, ਨਵੀਂ ਬੋਲੀ ਵੀ ਕਿਲੋ। 18 ਸੇਰ ਦਾ ਖੰਡਾ ਹੋਵੇ, ਕਿਲੋਗ੍ਰਾਮ ਦਾ ਖੰਡਾ ਹੋਵੇ, ਤੇ ਕਿੱਥੋਂ ਉਹ ਤੁਰੇ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਹਰਿਮੰਦਰ ਸਾਹਿਬ ਪਹੁੰਚੇ ਨੇ, ਤੇ ਕੱਲਾ ਚੁੱਕ ਕੇ ਨਹੀਂ ਪਹੁੰਚੇ ਗੁਰਮਖੋ, ਇਹਨੇ ਜੋਸ਼ ਦੇ ਨਾਲ ਬਾਬਾ ਦੀਪ ਸਿੰਘ ਜੀ ਵਰਾਉਂਦੇ ਸਨ ਖੰਡਾ, ਜਿਹਦੇ ਤਨ ਤੇ ਮਾਰਦੇ ਸਨ, 2 ਟੋਟੇ ਕਰਕੇ ਸੁੱਟਦੇ। ਖੈਰੇ ਅੱਗੇ ਜਾ ਕੇ ਪਰ ਕਰਨ ਹੋਣਾ ਹੈ, ਇਹ ਤਾਕਤ ਕਿੱਥੋਂ ਮਿਲੀ ਸੀ? ਇਹ ਮਾਂ ਨੇ ਅਸੀਸ ਦਿੱਤੀ ਸੀ, ਬੇਟਾ ਤੈਨੂੰ ਗੁਰੂ ਦੀ ਸੰਗਤ ਮਿਲ ਜੇ, ਬੇਟਾ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਮਿਲ ਜੇ, ਬੇਟਾ ਤੇਰਾ ਭੋਜਨ ਕੱਲਾ ਦੁਨੀਆ ਦੀਆਂ ਰੋਟੀਆਂ ਹੀ ਨਾ ਹੋ ਜਾਣ, ਤੇਰਾ ਭੋਜਨ ਗੁਰੂ ਦੀ ਬਾਣੀ ਹੋ ਜਾਏ, ਤੇਰਾ ਭੋਜਨ ਗੁਰੂ ਦਾ ਕੀਰਤਨ ਹੋ ਜਾਏ। ਤੇ ਜਿਸ ਮਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ, ਗੁਰਬਾਣੀ ਦੇ ਬੋਲਾਂ ਨੇ ਬੱਚੇ ਤੇ ਅਸਰ ਕੀਤਾ ਹੈ, ਜਿਹਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਗੁਰੂ ਦੀ ਸੰਗਤ ਕੀਤੀ, ਗੁਰੂ ਦੇ ਦਰਸ਼ਨ ਕੀਤੇ ਨੇ, ਉਹਨਾਂ ਦੇ ਤੇ ਰੋਮ ਰੋਮ ਵਿੱਚ ਬਾਣੀ ਵਸ ਗਈ, ਰੋਮ ਰੋਮ ਵਿੱਚ ਗੁਰੂ ਦੀ ਕਿਰਪਾ ਵਸ ਗਈ ਸੀ। ਉਹ ਮੈਂ ਸ਼ਬਦ ਪੜ੍ਹਦਿਆਂ ਪਰਤ ਕੇ ਇਤਿਹਾਸ ਦੇ ਪੰਨੇ ਸਾਂਝੇ ਕਰਨੇ ਨੇ। ਮਾਂ ਨੇ ਅਸੀਸ ਦਿੱਤੀ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੁੱਤਾ ਮਾਤਾ ਕੀ ਅਸੀਸ, ਬੇਟਾ ਆ ਧਿਆਨ ਦੇਈ, ਮੇਰੀ ਅਸੀਸ ਹੈ। ਕਿਹੜੀ ਸੀ? ਉਮਰ ਲੰਬੀ ਹੋ ਜਾਏ, ਕੀ ਸਿਮਰ, ਕਿਹੜੀ ਅਸੀਸ? ਤੇਰਾ ਨਾਮ ਸੰਸਾਰ ਦੇ ਵਿੱਚ ਅਮੀਰਾਂ ਵਿੱਚ ਗਿਣਿਆ ਜਾਏ। ਕਹਿਣ ਲੱਗੇ ਨਹੀਂ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਬੇਟਾ ਕਦੀ ਵੀ ਜ਼ਿੰਦਗੀ ਵਿੱਚੋਂ ਨਾਮ ਨੂੰ ਨਾ ਭੁਲਾਈ, ਕਦੀ ਵੀ ਜ਼ਿੰਦਗੀ ਵਿੱਚੋਂ ਗੁਰੂ ਨੂੰ ਨਾ ਭੁਲਾਈ। ਸਤਿਗੁਰ ਤੁਮ ਕੋ ਹੋਏ ਦਿਆਲਾ, ਆ ਅਸੀਸ ਮੰਗੀ, ਅਸੀਸ ਦਿੱਤੀ ਬਾਬਾ ਦੀਪ ਸਿੰਘ ਨੂੰ ਉਹਦੀ ਮਾਂ ਜੀਵਨ। ਕਹਿਣ ਲੱਗੀ ਬੇਟਾ ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਤੇਰੀ ਪ੍ਰੀਤ ਕਿਹਨਾਂ ਨਾਲ ਬਣ ਜੇ? ਤੇਰੀ ਪ੍ਰੀਤ ਬਣ ਜੇ ਸੰਤ ਦੇ ਨਾਲ, ਤੇਰੀ ਪ੍ਰੀਤ ਬਣ ਜੇ ਗੁਰੂ ਦੇ ਨਾਲ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਬੇਟਾ ਜਿਹੜੀ ਤੇਰੀ ਪ੍ਰੀਤ ਗੁਰੂ ਨਾਲ ਬਣੇਗੀ ਨਾ, ਰੱਬ ਨਾਲ ਪ੍ਰੇਮ ਬਣੇਗਾ, ਤੇ ਤੈਨੂੰ ਕੱਪੜਾ ਮਿਲੇਗਾ ਜਿਹਦੇ ਨਾਲ ਤੇਰਾ ਤਨ ਢੱਕਿਆ ਜਾਏਗਾ। ਇਹ ਕਿਹੜਾ ਕੱਪੜਾ ਹੈ? ਜਿਹਦਾ ਬਾਣੀ ਵਿੱਚ ਜ਼ਿਕਰ ਕੀਤਾ, ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੂ ਪਤ ਮੇਰੀ। ਪਰਮਾਤਮਾ ਦੇ ਵੱਲੋਂ ਪ੍ਰੇਮ ਦਾ ਪਟੋਲਾ ਕੱਪੜਾ ਮਿਲ ਜਾਏ, ਪਰਮਾਤਮਾ ਨਾਲ ਪ੍ਰੇਮ ਬਣ ਜਾਏ, ਤੇ ਗੁਰਮੁਖੋ ਸੱਚ ਜਾਣਿਆ ਜੇ, ਜਿਹਦਾ ਰੱਬ ਨਾਲ ਪ੍ਰੇਮ ਬਣ ਜਾਏ ਨਾ, ਉਹਦੀ ਸੰਸਾਰ ਵਿੱਚ ਵੀ ਇੱਜ਼ਤ ਰਹਿੰਦੀ ਜੀ, ਉਹਦੀ ਨਿਰੰਕਾਰ ਦੇ ਘਰ ਦੇ ਵਿੱਚ ਵੀ ਇੱਜ਼ਤ ਰਹਿੰਦੀ। ਐਵੇਂ ਥੋੜਾ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਗੁਰਮੁਖ ਜਨਮ ਸਵਾਰ ਦਰਗਹਿ, ਚੱਲਿਆ ਸੱਚੀ ਦਰਗਹਿ, ਜਾਏ ਸੱਚਾ ਪਿੜ ਮੱਲਿਆ। ਕਿਹਦੇ ਨਾਲ ਸਾਡੀ ਪੱਤ ਰਹਿਣੀ ਹੈ? ਕਿਹੜੇ ਕੱਪੜੇ? ਕੱਪੜਾ ਪਾਉਨੇ ਨਾ
ਤੇ ਸਾਡੀ ਇੱਜ਼ਤ ਢੱਕੀ ਜਾਂਦੀ, ਪੱਤ ਢੱਕੀ ਜਾਂਦੀ। ਇੱਕ ਪ੍ਰੇਮ ਦਾ ਕੱਪੜਾ ਮਿਲ ਜੇ, ਰੱਬ ਨਾਲ ਸਾਡਾ ਪ੍ਰੇਮ ਬਣ ਜਾਏ, ਉਹ ਪ੍ਰੇਮ ਦਾ ਕੱਪੜਾ ਸਾਡੀ ਇੱਜ਼ਤ ਲੋਕ ਵਿੱਚ ਢੱਕਦਾ ਜੇ ਤੇ ਪਰਲੋਕ ਵਿੱਚ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਪ੍ਰਾਣੀ ਏਕੋ ਨਾਮ ਧਿਆਵੋ ਤੇ ਕੀ ਹੋਏਗਾ, ਆਪਣੀ ਪੱਤ ਸੇਤੀ ਕਰ ਜਾਓ। ਉਹ ਤੇਰੀ ਪੱਤ ਟੱਕੀ ਜਾਏਗੀ, ਤੈਨੂੰ ਪ੍ਰੇਮ ਦਾ ਕੱਪੜਾ ਮਿਲ ਜਾਏਗਾ, ਤੂੰ ਨੰਗਾ ਨਹੀਂ ਰੱਬ ਦੇ ਘਰ ਦੇ ਵਿੱਚ ਜਾਏਗਾ, ਪਰਮਾਤਮਾ ਆਪ ਤੇਰੀ ਪੱਤ ਟੱਕੇਗਾ। ਤੇ ਗੁਰਮੁਖੋ ਨਾਮ ਜਪਣ ਵਾਲਿਆਂ ਦੀ ਵਾਕਈ ਪੱਤ ਟੱਕੀ ਜਾਂਦੀ ਹੈ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਬਚਨ ਕਿਹਾ ਸੀ, ਰੇ ਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ, ਜਿਨ੍ਹਾਂ ਦਾ ਪ੍ਰੇਮ ਪਰਮਾਤਮਾ ਨਾਲ ਬਣਦਾ ਹੈ, ਗੁਰਮੁਖੋ ਉਹਨਾਂ ਨੂੰ ਤੇ ਧਰਮਰਾਜ ਹੱਥ ਜੋੜ ਕੇ ਬੇਨਤੀਆਂ ਕਰਦਾ, ਆ ਸਜਣਾ ਭਗਤੀ ਕਰਨ ਵਾਲਿਆ, ਤੇਰੇ ਚਰਨ ਪੈਣ ਦੇ ਨਾਲ ਮੇਰਾ ਵੀ ਘਰ ਪਵਿੱਤਰ ਹੋ ਗਿਆ। ਉਹਨਾਂ ਨੂੰ ਮਾਣ ਸਨਮਾਨ ਧਰਮਰਾਜ ਦਿੰਦਾ, ਉਹਨਾਂ ਨੂੰ ਮਾਣ ਸਨਮਾਨ ਪਰਮਾਤਮਾ ਦੇ ਘਰ ਦੇ ਵਿੱਚ ਮਿਲਦਾ। ਇਹ ਕਿਵੇਂ ਮਿਲੇਗਾ? ਕਿਤੇ ਮਾਂ ਦੀ ਅਸੀਸ ਬਚਪਨ ਵਿੱਚ ਮਿਲ ਜਾਏ, ਕਿਤੇ ਗੁਰੂ ਦੇ ਸ਼ਬਦ ਦੀ ਅਸੀਸ ਮਿਲ ਜੇ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਬੇਟਾ ਇੱਕ ਹੋਰ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ, ਇਹ ਅਸੀਸ ਹੈ ਮੇਰੀ, ਅਰਦਾਸ ਹੈ, ਅੰਮ੍ਰਿਤ ਪੀਵੋ ਸਦਾ ਚਿਰਜੀਵ। ਇੱਕ ਇੱਕ ਬਚਨ ਜੇ ਬਾਬਾ ਦੀਪ ਸਿੰਘ ਦੇ ਜੀਵਨ ਤੇ ਢੁਕਦਾ ਜੀ। ਉਹਨਾਂ ਨੂੰ ਅੰਮ੍ਰਿਤ ਦੀ ਦਾਤ ਕਲਗੀ ਵਾਲੇ ਕੋਲੋਂ ਮਿਲੀ, ਉਹਨਾਂ ਨੂੰ ਸੰਗਤ ਕਲਗੀ ਵਾਲੇ ਦੀ ਮਿਲੀ, ਉਹਨਾਂ ਨੂੰ ਸੰਗਤ ਬਾਣੀ ਦੀ ਮਿਲੀ। ਅੰਮ੍ਰਿਤ ਪੀਵੋ ਸਦਾ ਚਿਰਜੀਵ, ਹਰ ਸਿਮਰਤ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨ ਵਿਆਪੇ ਚਿੰਤਾ, ਭਵਰ ਤੁਮਾਰਾ ਇਹ ਮਨ ਹੋਵ। ਭਵਰ ਕਹਿੰਦੇ ਨੇ ਭੂੰਡ ਨੂੰ, ਕਹਿਣ ਲੱਗੇ ਤੇਰਾ ਜਿਹੜਾ ਮਨ ਹੈ ਨਾ ਉਹ ਭਵਰਾ ਬਣ ਜਾਏ। ਤੇ ਭਵਰਾ ਕਿੱਥੇ ਜਾਂਦਾ ਹੈ? ਕਮਲ ਦੇ ਫੁੱਲ ਦੇ ਤੇ। ਕਹਿਣ ਲੱਗੇ ਬੇਟਾ ਤੇਰਾ ਮਨ ਭਵਰਾ ਬਣ ਜਾਏ ਤੇ ਗੁਰੂ ਦੇ ਚਰਨ ਜਿਹੜੇ ਨੇ ਉਹ ਕਮਲ ਫੁੱਲ ਬਣ ਜਾਣ, ਤੇ ਤੂੰ ਗੁਰੂ ਦੇ ਚਰਨਾਂ ਨੂੰ ਛੱਡ ਕੇ ਹੋਰ ਕਿਤੇ ਨਾ ਜਾਏ ਬੇਟਾ, ਤੂੰ ਭਵਰੇ ਦੀ ਤਰ੍ਹਾਂ ਕਮਲ ਫੁੱਲ ਤੇ ਬਹਿ ਜਾਏ। ਬੇਟਾ ਤੂੰ ਗੁਰੂ ਦੇ ਚਰਨਾਂ ਨਾਲ ਲੱਗਾ ਰਹੇ, ਗੁਰੂ ਦੇ ਚਰਨਾਂ ਵਿੱਚ ਟਿਕ ਜਾਏ। ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਟਿਕ ਗਿਆ ਗੁਰਮੁਖੋ, ਰਹਿੰਦੀ ਦੁਨੀਆ ਤੱਕ ਗੁਰੂ ਦਾ ਨਾਮ ਰਹਿੰਦਾ ਹੈ, ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜੇ ਰਹਿੰਦੀ ਦੁਨੀਆ ਤੱਕ ਉਹਦਾ ਵੀ ਨਾਮ ਰਹਿੰਦਾ ਹੈ। ਉਹ ਅਸੀਸ ਮਾਂ ਦੀ ਰਸਨਾ ਤੋਂ ਨਿਕਲੀ। ਬਚਪਨ ਵਿੱਚ ਬੱਚੇ ਨੂੰ ਆਹ ਸਿੱਖਿਆ ਦਿੱਤੀ ਸੀ, ਬੇਟਾ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ ਨਾਨਕ ਦਾਸ, ਉਨ ਸੰਗ ਲਪਟਾਇਓ ਜੋ ਬੁੰਦ ਹੈ ਚਾਤ੍ਰਿਕ ਮੌਲਾ। ਹੁਣ ਆਓ ਇਤਿਹਾਸ ਦੇ ਪੰਨਿਆਂ ਨੂੰ ਵੇਖੀਏ। ਸਨ 1682 ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਪਿਆ ਪੋਹੂਵਿੰਡ ਪਿੰਡ ਦੇ ਵਿੱਚ। ਕੁਝ ਸਾਲ ਉਹਨਾਂ ਨੇ ਬਚਪਨ ਦੇ ਆਪਣੇ ਪਿੰਡ ਵਿੱਚ ਬਤੀਤ ਕੀਤੇ ਨੇ। ਅੱਜ ਸਮਾਂ ਆਇਆ ਹੈ ਭਾਈ ਭਗਤਾ ਜੀ, ਮਾਤ ਜਿਉਣੀ ਜੀ ਪਿੰਡ ਦੀਆਂ ਸੰਗਤਾਂ ਦੇ ਨਾਲ ਚੱਲੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਜਿਸ ਵੇਲੇ ਗਏ ਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਗਏ ਨੇ ਗੁਰਮੁਖੋ, ਜਿਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਕਲਗੀ ਵਾਲੇ ਦਾ ਦਰਬਾਰ ਸਜਿਆ। ਜਿਵੇਂ ਤੁਸੀਂ ਸਿੱਖ ਸੰਗਤਾਂ ਬੈਠੇ ਹੋ ਚੌਂਕੜੇ ਲਾ ਕੇ, ਇਸੇ ਤਰ੍ਹਾਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਸਨ, ਕੀਰਤਨ ਸਰਵਣ ਕਰ ਰਹੀਆਂ ਸਨ। ਇਹ ਪਹੂਵਲ ਪਿੰਡ ਦੀਆਂ ਸੰਗਤਾਂ ਪਹੁੰਚੀਆਂ ਨੇ। ਸਾਰਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਭਾਈ ਭਗਤਾ ਜੀ ਨੇ ਮੱਥਾ ਟੇਕਿਆ, ਮਾਤ ਜਿਉਣੀ ਜੀ ਨੇ ਮੱਥਾ ਟੇਕਿਆ, ਪਰਤ ਕੇ ਆਪਣੇ ਪੁੱਤਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟਿਕਾਇਆ। ਸਤਿਗੁਰਾਂ ਨੇ ਨਜ਼ਰ ਭਰ ਕੇ ਤੱਕਿਆ, ਪਤਾ ਨਹੀਂ ਕਿਹੜਾ ਸੰਬੰਧ ਸੀ ਮਹਾਰਾਜ ਜੀ ਦਾ ਇਸ ਬੱਚੇ ਦੇ ਨਾਲ। ਨਜ਼ਰ ਭਰ ਕੇ ਤੱਕਿਆ, ਇਸ ਪੂਰੇ ਪਰਿਵਾਰ ਤੇ ਕਿਰਪਾ ਹੋਈ, ਇੰਨੀ ਸ਼ਰਧਾ ਬਣੀ, ਇੰਨੀ ਭਾਵਨਾ ਬਣੀ, ਸਦਾ ਵਾਸਤੇ ਗੁਰੂ ਦੇ ਬਣ ਕੇ ਰਹਿ ਗਏ। ਕੁਝ ਦਿਨ ਇਹ ਪਰਿਵਾਰ ਪਿੰਡ ਦੀਆਂ ਸੰਗਤਾਂ ਨਾਲ ਰੁਕੇ ਨੇ। ਜਦੋਂ ਕੁਝ ਦਿਨਾਂ ਬਾਅਦ ਅੱਜ ਵਾਪਸ ਤੁਰਨ ਲੱਗੇ ਨੇ, ਸਤਿਗੁਰੂ ਕੋਲ ਆਗਿਆ ਲਈ ਤੇ ਭਾਈ ਦੀਪਾ ਜੀ ਨੇ ਇਹ ਬਚਨ ਕਿਹਾ ਸੀ। ਕਹਿਣ ਲੱਗੇ, ਮਾਂ ਜਿਸ ਗੁਰੂ ਦੀ ਬਾਣੀ ਨਾਲ ਮੈਨੂੰ ਜੋੜਿਆ, ਜਿਸ ਗੁਰੂ ਦੀ ਬਾਣੀ ਦੀ ਅਸੀਸ ਬਚਪਨ ਵਿੱਚ ਦਿੰਦੀ ਰਹੀ ਹੈ, ਮੇਰੀ ਬੇਨਤੀ ਜੇ ਗੁਰੂ ਦੇ ਚਰਨਾਂ ਵਿੱਚ ਲੈ ਕੇ ਆਈ ਹੈ, ਮੈਨੂੰ ਕੁਝ ਸਮਾਂ ਗੁਰੂ ਦੇ ਚਰਨਾਂ ਵਿੱਚ ਹੋਰ ਰਹਿ ਲੈਣ ਦਿਓ। ਜਿਸ ਵੇਲੇ ਮਾਂ ਨੇ ਬਚਨ ਸੁਣੇ, ਪਿਤਾ ਨੇ ਬਚਨ ਸੁਣੇ, ਮਾਤਾ ਪਿਤਾ ਇੰਨੇ ਖੁਸ਼ ਹੋਏ, ਕਹਿਣ ਲੱਗੇ ਦੀਪਿਆ ਇਸ ਤੋਂ ਸੋਹਣੀ ਗੱਲ ਹੋਰ ਸਾਡੇ ਵਾਸਤੇ ਕੀ ਹੋ ਸਕਦੀ। ਸਾਡਾ ਪੁੱਤਰ ਗੁਰੂ ਦੀ ਸੰਗਤ ਵਿੱਚ ਰਹੇ, ਸਾਡਾ ਪੁੱਤਰ ਗੁਰੂ ਦੇ ਚਰਨਾਂ ਵਿੱਚ ਰਹੇ। ਬੇਟਾ ਜਿੰਨਾ ਚਿਰ ਤੇਰਾ ਚਿੱਤ ਕਰਦਾ ਤੂੰ ਰਹਿ ਸਕਦਾ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਬੱਚਾ ਤੁਹਾਡੇ ਘਰ ਦੇ ਵਿੱਚ ਰੁਕਣਾ ਚਾਹੁੰਦਾ ਹੈ। ਤੇ ਮਹਾਰਾਜ ਜੀ ਤੇ ਪਹਿਲਾਂ ਹੀ ਜਾਣਦੇ ਸਨ ਇਹ ਦੀਪਾ ਆਏ ਸਾਡੇ ਘਰ ਵਾਸਤੇ ਹੈ। ਹਾਲਾਂਕਿ ਉਹ ਸਮੇਂ ਨੂੰ ਮਾਂ ਨਹੀਂ ਸੀ ਜਾਣਦੀ। ਉਹ ਸਮੇਂ ਨੂੰ
भाई भगता नहीं सी जानदा, पर मेरा कलगियां वाला ते जानदा सी इस बच्चे दी कित्थे कित्थे सानू लोड़ पैनी। इहने गुरु नानक दे घर दे वास्ते किन्नी कु सेवा करनी। महाराज जी ने सिर ते हत्थ रखिया, बेटा जिन्ना समां ही रुकना चाहुंदा साडे घर दे विच रुक सकदा, तेरे वास्ते दरवाजे खुले ने। खैर मुक्कदी गल गुरमुखो, माता पिता वापस आए ने। बाबा दीपा जी एक करके मैं नाम लै रहा क्योंकि बचपन का नाम सी, अमृत छकण तो बाद उन्हों का नाम बाबा दीप सिंह जी करके पिया। कह लगे जिस वेले महाराज जी ने आग्ञा दी, ये बच्चा उत्थे रुकिया। गुरमुखो जिमें सिखां का नेम सी, अमृत वेले सिखां ने उठना, इशनान पान करना, दरबार सजना, जिथे संगतां ने गुरु के चरणों में जाना, उत्थे भाई दीपा जी ने भी जाना। नेम बन गया बाणी पढ़नी। उत्थे फिर मेरे सतगुरां ने इस बच्चे का मलाप कराया सी भाई मनी सिंह दे नाल। मुखी सिख सन गुरु घर दे। कह लगे उस वेले महाराज जी ने सेवा लाई, भाई मनी सिंह जी इस बच्चे नूं अरबी पढ़ाई जाए, इस बच्चे नूं गुरमुखी पढ़ाई जाए, इस बच्चे नूं सैसकिरती पढ़ाई जाए, इस बच्चे नूं शास्त्र विद्या सिखाई जाए। उत्थे घोड़ सवारी सिखाई, उत्थे तीर अंदाजी सिखाई, उत्थे गोली चलाउणी सिखाई, उत्थे कृपाण चलाउणी सिखाई, उत्थे खंडा वराउणा सिखाया। जिथे शस्त्र विद्या सिखाई, उत्थे मेरे धन गुरु गोबिंद सिंह महाराज जी ने इस बच्चे नूं शास्त्र विद्या भी सिखाई। शस्त्र दे अर्थ ने हत्थ में शस्त्र फड़ना, वार करना, ते शास्त्र दे अर्थ ने धार्मिक ग्रंथां की विद्या देनी। सन आया गुरमुखो अज 1703 का, हले आनंदपुर साहब नूं घेरा नहीं सी पिया। अज फिर भाई भगता जी, मात जिवणी जी अज आनंदपुर साहब की धरती ते पहुँचे ने। जिस वेले अज पहुँचे ने गुरु के दर्शन किए, अपने पुत्र नूं वेख्या, सोहना दमाला सजाया, सोहनी काली दाढ़ी छोटी छोटी बच्चे दे चेहरे ते, चेहरे का नूर पिया डलका मारदा सी। अपने पुत्र नूं वेख के मात जिवणी जी भाई भगता जी बहुत प्रसन्न होए ने। कुछ दिन महाराज जी के चरणों में रहे। अज फिर सतगुरां दे चरणों च अरदास की, महाराज आग्ञा दिओ असीं वापस जाइए। ये सन 1703 ईस्वी की घटना है। जिस वेले अज वापस तुर लगे ने, महाराज जी कोलों हथ जोड़ के बेनती करके एक होर दात मंगी। महाराज असी अपने पुत्र नूं तुहाडे घर विच छड्ड के गए स, तुसीं बड़ी गरीब नवाजी की, साडे पुत्र नूं तालीम दिती, इहनूं गुरबाणी दा बोध सिखाया, पर किरपा करो कुछ समय वास्ते असी अपने पुत्र नूं घर विच लैके जाना चाहुंदे। हुण वेखो मेरे कलगी वाले नूं सब पता, 1 साल बाद ही इहनूं घेरे पैणे सी आनंदपुर साहब नूं। सतगुरां ने हुक्मनामे भेज भेज के सिखां नूं बुलाया, सिखो आ जाओ हुण लोड़ है। पहाड़िए चढ़ के आ गए ने, वजीर खां चढ़ के आ गया, पर महाराज जी नूं पता सी आउण वाले समय विच सिखां दी सूरमिਆਂ दी लोड़ है, पर बाबा दीप सिंह जी नूं नहीं रोकिया। कह लगे लै जाओ पिंड दे विच। महाराज जी नूं पता सी दे इत्थे लोड़ नहीं, आउण वाला समा आउणा दम दम सो लोड़ पैणी इस गुरसिख दी। सन 1703 दे विच भाई दीपा जी अपने माता पिता दे नाल महाराज जी कोल बख्शियां लैके, अमृत दी दात लैके, गुरबाणी दियां दातां लैके अपने पिंड विच आ गए ने। उधरों गुरमुखो समा आया सन 1704 का, आनंदपुर साहब नूं घेरा पै गया। समा आया सन 1704 दसंबर का, महाराज जी ने आनंदपुर साहब छड्डे। उस तो बाद बाबा जी का कित्थे मेल हुंदा है, उस पासे मैं आप संगतां दा ध्यान लैके जाण। गुरमुखो आनंदपुर साहब नूं छड्डिया, सरसा नदी ते मेरे सतगुरु आए, परत के चमकौर साहब की गढ़ी विच आए ने। पुत्र शहीद करवा के, सिख शहीद करवा के महाराज जी माछीवाड़े के जंगलों में पहुँचे ने। इत्थे बख्शिशां करके महाराज जी हेरा पिंड पहुँचे ने, आलमगीर साहब पहुँचे ने। उस तो बाद चलते चलते महाराज जी लम्मे जटपुरे पहुँचे ने, राय कला दे कोल पहुँचे ने, बख्शिशां करके दीना कांगड़ पहुँचे ने, जिथे जफरनामा महाराज जी ने लिखिया। रामेआणा पिंड दे विच पहुँचे ने, जिथे इन्हां ने बेदावा लिखिया सी गुरसिखां नूं। चलते चलते महाराज खदराणे की ढाब ते पहुँचे ने। आखिरी जंग महाराज जी ने खदराणे की ढाब ते लड़ी। परत के महाराज जी चलते चलते अज दमदमा साहब पहुँचे ने। गुरमुखो जदों इत्थे मेरे सतगुरु पहुँचे ने, इत्थे महाराज जी ने वेख्या भी हुण अमन अमान का समा आ गया, जंगां जुद्धां खत्म हो गईयां ने। इत्थे सतगुरु रुके ने। इत्थे ही आप संगतां नूं ज्ञात होवे इन्हां दिनां दे विच भाई मनी सिंह जी मतावां नूं नाल लैके सतगुरां दे दर्शन करन वास्ते आए सन। जिस वेले दमदमा साहब पहुँचे ने, दरबार सजिया सी उत्थे, मतावां ने आण के मत्था टेकिया, मात सुंदरी जी
ਮਾਤ ਸਾਹਿਬ ਦੇਵਾਂ ਜੀ ਤੇ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਚੱਲ ਕੇ ਆਏ। ਜਿਸ ਵੇਲੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸਿੱਖਾਂ ਦੇ ਦਰਸ਼ਨ ਕੀਤੇ ਮਾਤਾਵਾਂ ਨੇ, ਇਸੇ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾਵਾਂ ਨੇ ਪੁੱਛਿਆ ਸੀ, ਮਹਾਰਾਜ ਸਿੱਖ ਨਜ਼ਰ ਆਉਂਦੇ ਪਏ ਨੇ, ਸਾਹਿਬਜ਼ਾਦੇ ਕਿੱਥੇ ਨੇ? ਨਜ਼ਰ ਨਹੀਂ ਆ ਰਹੇ। ਤੇ ਸਤਿਗੁਰਾਂ ਨੇ ਇੱਥੇ ਬਚਨ ਕਿਹਾ ਸੀ, ਸਿੱਖਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਵਾਰ ਆਇਆ। ਪੁੱਛਿਆ ਜੀ ਕਿੱਥੇ ਵਾਰ ਆਏ? ਕਹਿਣ ਲੱਗੇ ਆਪਣੇ ਪਿਆਰੇ ਤੋਂ ਵਾਰ ਆਏ। ਮਾਤਾਵਾਂ ਨੇ ਇਹ ਬਚਨ ਕਿਹਾ ਸੀ, ਮਹਾਰਾਜ ਤੁਹਾਡੀਆਂ ਤੁਸੀਂ ਜਾਣ, ਲੋਕ ਤੇ ਪੁੱਤਰਾਂ ਦੇ ਉੱਤੋਂ ਵਾਰਦੇ ਨੇ, ਲੋਕ ਤੇ ਪੁੱਤਰਾਂ ਦੇ ਉੱਤੋਂ ਧਨ ਦੌਲਤ ਵਾਰਦੇ ਨੇ, ਪੁੱਤਰਾਂ ਦੇ ਉੱਤੋਂ ਸਭ ਕੁਝ ਵਾਰ ਦਿੰਦੇ ਨੇ, ਤੁਸੀਂ ਪੁੱਤਰਾਂ ਨੂੰ ਵਾਰ ਆਏ ਜੇ? ਕਿੱਥੇ ਵਾਰ ਆਏ ਜੇ? ਕਿੰਨਾ ਤੋਂ ਵਾਰ ਆਏ ਜੇ? ਤੇ ਸੰਗਤਾਂ ਨੇ ਇਸ਼ਾਰਾ ਕਰਕੇ ਮਹਾਰਾਜ ਜੀ ਨੇ ਬਚਨ ਕਹਿ ਦਿੱਤੇ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇੱਥੇ ਮਹਾਰਾਜ ਜੀ ਨੇ ਬਚਨ ਕਹਿ ਸੀ। ਗੁਰਮਖੋ ਇੱਥੇ ਭਾਈ ਮਨੀ ਸਿੰਘ ਜੀ ਆਏ, ਉਹਨਾਂ ਦੇ ਨਾਲ ਮਹਾਰਾਜ ਜੀ ਨੇ ਵਿਚਾਰ ਵਟਾਂਦਰਾ ਕੀਤਾ। ਕਹਿਣ ਲੱਗੇ, ਭਾਈ ਮਨੀ ਸਿੰਘ ਜੀ ਹੁਣ ਸਮਾਂ ਮਿਲਿਆ ਹੈ, ਇੱਥੇ ਆਪਾਂ ਇੱਕ ਵੱਡਾ ਕਾਰਜ ਕਰਨਾ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ, ਗੁਰੂ ਪਿਤਾ ਦੀ ਬਾਣੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਗ੍ਰੰਥ ਵਿੱਚ ਦਰਜ ਕਰਨੀ, ਤਿਆਰੀ ਕਰੋ। ਹੁਣ ਵੇਖੋ ਗੁਰਮਖੋ, ਸੰਨ 1703 ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਨੂੰ ਪਿੰਡ ਤੋਰਿਆ, ਅੱਜ ਸਿੱਖਾਂ ਨੂੰ ਫੇਰ ਭੇਜਿਆ ਹੈ। ਕਹਿਣ ਲੱਗੇ, ਜਾਓ ਪਾਹੂਵਿੰਡ ਪਿੰਡ ਦੇ ਵਿੱਚ ਸਾਡਾ ਸਿੱਖ ਹੈ, ਉਹਨੂੰ ਬੁਲਾ ਕੇ ਲਿਆਓ, ਅੱਜ ਉਹਦੀ ਲੋੜ। ਉਧਰੋਂ ਮਹਾਰਾਜ ਜੀ ਨੇ 2 ਸਿੱਖਾਂ ਨੂੰ ਪਾਹੂਵਿੰਡ ਪਿੰਡ ਦੇ ਵਿੱਚ ਭੇਜਿਆ, ਉਧਰੋਂ 2 ਸਿੱਖਾਂ ਨੂੰ ਧੀਰ ਮੱਲੀਆਂ ਕੋਲ ਭੇਜਿਆ। ਕਾਹਦੇ ਵਾਸਤੇ? ਕਹਿਣ ਲੱਗੇ ਵੀ ਤੁਸੀਂ ਜਿਹੜੀ ਬੀੜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਈ ਸੀ ਲੈ ਕੇ ਆਓ, ਉਸ ਬੀੜ ਦੇ ਵਿੱਚ ਅਸੀਂ ਬਾਣੀ ਦਰਜ ਕਰਨੀ ਗੁਰੂ ਪਿਤਾ ਦੀ। ਉਧਰੋਂ 2 ਸਿੱਖ ਉਧਰ ਗਏ ਨੇ, ਉਧਰੋਂ 2 ਸਿੱਖ ਪਾਹੂਵਿੰਡ ਪਿੰਡ ਦੇ ਵਿੱਚ ਗਏ ਨੇ। ਧੀਰ ਮੱਲੀਆਂ ਨੇ ਮਨਾ ਕਰ ਦਿੱਤਾ ਸੀ। ਕਹਿਣ ਲੱਗੇ, ਜੇ ਤੁਹਾਡਾ ਗੁਰੂ ਇੰਨਾ ਹੀ ਕਾਬਲ ਹੈ, ਸਾਡੇ ਕੋਲੋਂ ਕਿਉਂ ਗ੍ਰੰਥ ਮੰਗਦਾ ਪਿਆ? ਆਪ ਬਾਣੀ ਲਿਖਵਾ ਲੇ। ਖਾਲੀ ਮੋੜ ਦਿੱਤਾ ਸੀ। ਉਧਰੋਂ ਜਦੋਂ ਸਿੱਖ ਪਾਹੂਵਿੰਡ ਪਿੰਡ ਦੇ ਵਿੱਚ ਪਹੁੰਚੇ ਨੇ, ਬਾਬਾ ਦੀਪ ਸਿੰਘ ਦੇ ਘਰ ਪਹੁੰਚੇ, ਵੇਖਿਆ ਵੀ ਗੁਰੂ ਦੇ ਸਿੱਖ ਆਏ ਨੇ। ਮੱਥਾ ਟੇਕਿਆ ਭਾਈ ਦੀਪਾ ਜੀ ਨੇ, ਹੱਥ ਜੋੜ ਕੇ ਬੇਨਤੀ ਕੀਤੀ, ਸਿੱਖੋ ਮੇਰੇ ਗੁਰੂ ਦਾ ਹਾਲ ਦੱਸੋ, ਮੇਰੇ ਵਾਸਤੇ ਹੁਕਮ ਕੀ ਹੈ ਗੁਰੂ ਦਾ? ਕਹਿਣ ਲੱਗੇ, ਸਿੱਖਾ ਇਸ ਵੇਲੇ ਤੇਰਾ ਗੁਰੂ ਦਮਦਮਾ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਿਹਾ। ਕਹਿਣ ਲੱਗੇ, ਮੇਰੇ ਵਾਸਤੇ ਹੁਕਮ ਕੀ ਭੇਜਿਆ? ਕਹਿਣ ਲੱਗੇ, ਤੈਨੂੰ ਗੁਰੂ ਨੇ ਬਚਨ ਕਹਿੰਦੇ, ਜਿੰਨੀ ਛੇਤੀ ਹੋ ਸਕੇ ਸਾਡੇ ਕੋਲ ਪਹੁੰਚੋ। ਉਸੇ ਵੇਲੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਕੋਲੋਂ ਆਗਿਆ ਲਈ, ਉਹਨਾਂ ਸਿੱਖਾਂ ਦੇ ਨਾਲ ਘੋੜੇ ਤੇ ਸਵਾਰ ਹੋਏ ਨੇ। ਅੱਜ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦਮਦਮਾ ਸਾਹਿਬ ਪਹੁੰਚੇ ਨੇ। ਹਜੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਦਾਸ ਹਾਜ਼ਰ ਹੈ, ਹੁਕਮ ਕਰੋ। ਮਹਾਰਾਜ ਜੀ ਕਹਿਣ ਲੱਗੇ, ਦੀਪ ਸਿੰਘ ਤੇਰੀ ਲੋੜ ਹੈ, ਇੱਥੇ ਸਾਡੇ ਕੋਲ ਰੁਕ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਉਣੀ ਹੈ ਤੇ ਉਸ ਵੇਲੇ ਤੇਰੀ ਲੋੜ ਪੈਣੀ। ਫਿਰ ਉੱਥੇ ਮਹਾਰਾਜ ਜੀ ਨੇ ਸੇਵਾ ਲਾਈ। ਭਾਈ ਮਨੀ ਸਿੰਘ ਜੀ ਲਿਖਣ ਵਾਲੇ ਨੇ, ਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਸੀ, ਬੇਟਾ ਕਲਮਾਂ ਦਾ ਪ੍ਰਬੰਧ ਕਰੋ, ਸ਼ਾਹੀ ਦਾ ਪ੍ਰਬੰਧ ਕਰੋ, ਕਾਗਜ਼ ਦਾ ਪ੍ਰਬੰਧ ਕਰੋ, ਇਸ ਵੱਡੇ ਕਾਰਜ ਨੂੰ ਆਪਾਂ ਸੰਪੂਰਨ ਕਰਨਾ। ਉੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋ ਕੇ ਜਦੋਂ ਧੀਰ ਮੱਲੀਆਂ ਨੇ ਬੀੜ ਨਹੀਂ ਦਿੱਤੀ, ਤੰਬੂ ਕਨਾਤਾਂ ਲਗਵਾ ਕੇ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਫਿਰ ਬਾਣੀ ਉਚਾਰਨ ਕੀਤੀ। ਭਾਈ ਮਨੀ ਸਿੰਘ ਜੀ ਲਿਖਣ ਵਾਲੇ ਨੇ, ਬਾਬਾ ਦੀਪ ਸਿੰਘ ਜੀ ਸਭ ਚੀਜ਼ਾਂ ਦਾ ਪ੍ਰਬੰਧ ਕਰਕੇ ਦੇਣ ਵਾਲੇ ਨੇ। ਪਹਿਲੇ ਦਿਨ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ, ਰਹਿਰਾਸ ਸਾਹਿਬ ਦੀ ਬਾਣੀ, ਸੋਲਾ ਸਾਹਿਬ ਦੀ ਬਾਣੀ ਇੱਕ ਦਿਨ ਦੇ ਵਿੱਚ ਸੰਪੂਰਨ ਲਿਖਵਾ ਦਿੱਤੀ ਸੀ। ਹੁਣ ਕਈ ਵਾਰੀ ਮਨ ਵਿੱਚ ਤਰਕ ਪੈਦਾ ਹੁੰਦਾ, ਇਹ ਨਹੀਂ ਬਾਣੀ 1430 ਪੰਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਬਾਨੀ ਉਚਾਰਨ ਕਰਕੇ ਸੁਣਾ ਦਿੱਤੀ, ਇਹ ਹੋ ਸਕਦਾ? ਬਿਲਕੁਲ ਗੁਰਮਖੋ, ਮੈਂ ਇੱਕ ਘਟਨਾ ਸਾਂਝੀ ਕਰਾਂਗਾ ਆਪ ਸੰਗਤਾਂ ਦੇ ਨਾਲ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਸਿੱਖਾਂ ਦਾ। ਮੇਰਾ ਗੁਰੂ ਤੇ ਸਮਰੱਥ ਹੈ, ਉਹ ਤੇ ਆਪ ਬਾਣੀ ਉਚਾਰਨ ਕਰਨ ਵਾਲੇ ਨੇ। ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਉਹੀ ਜੋਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਉਚਾਰਨ ਕਰ ਰਹੇ ਨੇ ਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਬਾਣੀ ਉਚਾਰਨ ਕਰਦੇ ਪਏ ਨੇ। ਆਪ ਸੰਗਤਾਂ ਨੂੰ ਗਿਆਤ ਹੋਵੇ, ਭਾਈ ਕਾਹਨ ਸਿੰਘ ਨਾਭਾ, ਉਹਨਾਂ ਦੇ ਪਿਤਾ ਜੀ ਹੋਏ ਨੇ ਬਾਬਾ ਨਾਰਾਇਣ ਸਿੰਘ ਜੀ। ਉਹਨਾਂ ਬਾਰੇ ਸਿੱਖਾਂ ਨੇ ਇਤਿਹਾਸ ਲਿਖਦਿਆਂ ਬਚਨ ਕਹੇ ਨੇ, ਭਾਈ ਨਾਰਾਇਣ ਸਿੰਘ ਨੂੰ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜ਼ਬਾਨੀ ਯਾਦ ਸੀ। ਇਹ ਉਹ ਗੁਰਸਿੱਖ। ਤੁਸੀਂ ਹੋਰ ਉਹ ਕਿਤੇ ਘਟਨਾਵਾਂ ਪੜ੍ਹ ਕੇ ਵੇਖੋ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਸਾਡੇ ਲੁਧਿਆਣੇ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਬੱਚੀ ਸੀ 15 ਸਾਲ ਦੀ, ਕੰਪੀਟੀਸ਼ਨ ਹੋਇਆ ਸੀ ਅੱਜ ਤੋਂ 10 ਸਾਲ ਪਹਿਲਾਂ। ਉਸ ਬੱਚੀ ਨੇ 65 ਬਾਣੀਆਂ ਜ਼ਬਾਨੀ ਯਾਦ ਕਰਕੇ ਸੁਣਾਈਆਂ ਸੀ, ਕੰਪੀਟੀਸ਼ਨ ਜਿੱਤਿਆ ਸੀ ਤੇ ਪਹਿਲਾ ਇਨਾਮ ਹਾਸਲ ਕੀਤਾ। ਇੱਥੇ ਇੱਕ ਛੋਟਾ ਜਿਹਾ ਬੱਚਾ, ਮੈਂ ਉਹਦਾ ਨਾਂ ਨਹੀਂ ਲੈਣਾ,
उस बच्चे नूं जाप साहब, जपजी साहब, रहरा साहब, सोला साहब, आसा की वार ਦੀਆਂ ਸਾਰੀਆਂ ਬਾਣੀਆਂ याद, जे बच्चा इन्नियां ਬਾਣੀਆਂ याद करता, जे भाई नारायण सिंह जी पूरा गुरु ग्रंथ साहब महाराज याद कर सकते हैं, गुरमुखो मेरे धन गुरु गोबिंद सिंह महाराज जी ते आप समर्थ गुरु ने, जिन्हां दे विच ते परमात्मा विच कोई भेद नहीं। खैर मुक्कदी गल, महाराज जी ने इत्थे 9-10 महीने रुक के दमदमा साहब की धरती ते एक ओंकार तो लैके जिहड़ी बाणी धन गुरु अर्जन देव महाराज जी ने सारी लिखवाई सी, उस तो बाद धन गुरु तेग बहादुर साहब महाराज जी की बाणी दर्ज करवाई। जिस वेले संपूर्णता हुई, प्रकाश किया, पहला प्रकाश गुरु अर्जन देव महाराज जी ने हरमंदर साहब कराया सी। सन 1604 दे विच बाबा बुढ़ा जी ने हुक्मनामा लिया, वो पहला साडा इतिहासक हुक्मनामा सी। सोई महला पंजवां संतां के कारज आप खलोया, हर कम करावणे आया राम, धरत सुहावी ताल सुहावा, विच अमृत जल छाया राम। ते अज जिहड़ा दूसरा सरूप धन गुरु गोबिंद सिंह महाराज जी ने दोबारा तैयार करवाया दमदमा साहब की धरती ते, अज जिस वेले संपूर्णता हुई उस वेले प्रकाश किया गया, हुक्मनामा लिया, ते अज हुक्मनामा आया सी टोडी महला पंजवां, सतगुरु आयो शरण तुहारी, मिले सुख नाम हर सोभा चिंता लाए हमारी, अवर न सूझे दूजी ठाहर, हार परयो तो द्वारी, लेखा छोड़ अलेखे छूटे, हम निर्गुण लिहु उबारी, सदबग सिंध सदा मेहरबाना, सबना दे आधारी, नानक दा संत पाशे परियो राख लिहो इहो बारी। जदों सारा कारज संपूर्ण हो गया, गुरमुखो सतगुरां ने अगले दिन हुक्म किया, सिखो अगे की तैयारी करो। पूछा जी कित्थे? कहन लगे दखण वाल जाना। जदों महाराज जी ने दखण वाल पासे तैयारी की, ते उस दिन उस तो कुछ दिन पहला जदों इहदी संपूर्णता हुई सी ना बीड़ दी, ते भाई मनी सिंह जी कहन लगे महाराज बाणी लिखी गई है, कृपा करके इहदे सानू अर्थ भी सुनाओ। फिर धन गुरु गोबिंद सिंह महाराज जी ने कुछ दिनों के पूरे गुरु ग्रंथ साहब महाराज जी की बाणी के अर्थ करके सुनाए। उन्हां अर्थां नूं हड़ताली सिखां ने सुनिया सी, भाई मनी सिंह जी ने, बाबा दीप सिंह जी ने, होर सिखां जिन्हां ने महाराज जी की रसना तो बाणी के अर्थ सरवण किए। गुरमुखो वो ब्रह्म ज्ञानी की अवस्था में पहुँच गए, ब्रह्म का ज्ञान हो गया सी उन्हां नूं। मेरे सतगुरां ने अगे तैयारी की। दोने सिख भाई मनी सिंह जी, बाबा दीप सिंह जी हाथ जोड़ के खलो के कहन लगे महाराज असी भी नाल चलांगे। महाराज कहन लगे नहीं तुसी साडे नाल नहीं जाओगे। पूछा जी साडे प्रति की हुक्म? ते भाई मनी सिंह जी नूं ये महाराज जी ने बचन कहा सी तुसी मातावां नूं लैके दिल्ली जाओ। ते भाई मनी सिंह कहन लगे महाराज तुहाडा हुक्म सिर मत्थे, पर एक मेरी बेनती कृपा करो। पूछा किहड़ी? कहन लगे दाते कृपा कर सिੱਖੀ केसा सवासा नाल निभ जाए। तो मेरे सतगुरां ने दमदमा साहब की धरती ते भाई मनी सिंह ते मोढे ते हथ रखिया, कहन लगे भाई साहब जी बंद बंद कटिया जाएगा, गुरु नानक की सिੱਖੀ कोई नहीं खो सकेगी। उस तो बाद बाबा दीप सिंह जिन्हां दा अज आपां जन्म दिहाड़ा मना रहे, हथ जोड़ के खलोगे कहन लगे सतगुरु मेरे ते भी कृपा करो, मेरी भी सिੱਖੀ नभ जाए। तो धन गुरु गोबिंद सिंह महाराज जी ने इस बच्चे दे चढ़दी जवानी सी, उस वेले 21-22 साल की उम्र सी बाबा दीप सिंह जी, उस वेले उहदे मोढे ते हथ रख के बचन कह दिते सी बेटा गुरु ते विश्वास रखी, बाणी दा पल्ला ना छड्डी, सिर लथ जाएगा पर सिੱਖੀ नहीं लथेगी। ये महाराज जी ने बचन कह दिते। बाबा दीप सिंह नूं कह दिता तुसीं इत्थे ही रुकना है, इत्थे संगतां आउणगीआं उन्हां नूं गुरबाणी सिखाओ ते तुसीं गुरबाणी नूं लिखना है। ये महाराज जी ने हुक्म करके बाबा दीप सिंह नूं इत्थे रोकिया, भाई मनी सिंह जी नूं दिल्ली भेजिया मतावां दे नाल, ते आप सिखां नूं नाल लैके महाराज जी दक्षिण इलाके वल तुर पए ने। इत्थे फिर बाबा दीप सिंह जी ने गुरमुखो लंबेरा समा रोक के जिहड़ियां संगतां दमदमा साहब आउंदियां सन उन्हां नूं गुरबाणी पढ़नी सिखाई, उन्हां नूं गुरबाणी लिखनी सिखाई। इन्हां दिनां दे विच ही उधरों बाबा बंदा सिंह जी बहादुर मेरे धन गुरु गोबिंद सिंह महाराज जी की कृपा लैके इस सरहंद नूं जितण वास्ते आ गए। जिस वेले बाबा बंदा सिंह बहादुर जी पंजाब विच एंटर करदे पए, बाबा दीप सिंह जी नूं पता लगा है बाबा बंदा सिंह बहादुर जी आए ने दमदमा साहब की धरती तो। अज बाबा दीप सिंह ने कलम रख दी, बाणी नूं लिखना बंद कर दिता कुछ समय वास्ते, हथ विच किरपान फड़ लई, खंडा फड़ लिया ते बाबा बंदा सिंह बहादुर की फौज नाल मिल के जाके सरहंद ते हमला किया। आप संगतां नूं ज्ञात होवे ये पहली जंग सी जिहड़ी बाबा दीप सिंह जी ने सरहंद जाके लड़ी। जिस वेले वजीर खां दे 2 टोटे करके सुट दिते, जंग जिती गई,
ਉੱਥੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਉਸੇ ਜੰਗ ਦੇ ਵਿੱਚ ਬਾਬਾ ਜੀ ਦਾ ਇੱਕ ਦੰਦ ਵੀ ਟੁੱਟ ਗਿਆ। ਖੈਰ, ਜਿਸ ਵੇਲੇ ਇਹ ਜੰਗ ਜਿੱਤੀ ਗਈ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ, ਪਰਤ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਹੋਰ ਜੰਗਾਂ ਜੁਗਨਾਂ ਵਿੱਚ ਲੱਗੇ ਤੇ ਬਾਬਾ ਦੀਪ ਸਿੰਘ ਜੀ ਆਗਿਆ ਲੈ ਕੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਆ ਗਏ। ਸਮਾਂ ਲੰਘਦੇ ਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਜੀ ਸਦਾ ਵਾਸਤੇ ਇੱਥੇ ਟਿਕੇ। 11 ਸਾਲ ਲਗਾਤਾਰ ਬਾਬਾ ਦੀਪ ਸਿੰਘ ਜੀ ਨੇ ਫਿਰ 4 ਸਰੂਪ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਹੱਥਾਂ ਨਾਲ ਲਿਖੇ। ਇੱਕ ਸਰੂਪ ਉਹਨਾਂ ਨੇ ਤਿਆਰ ਕੀਤਾ ਤੇ 2 ਸੇਰ ਸੋਨਾ ਲੈ ਕੇ, ਇਹ ਸਾਡਾ ਇਤਿਹਾਸ ਹੈ ਗੁਰਮੁਖੋ, ਪੜ੍ਹੋ ਕਿਤੇ ਬਾਬਾ ਦੀਪ ਸਿੰਘ ਜੀ ਦਾ ਜੀਵਨ, ਤੁਹਾਨੂੰ ਇਹ ਘਟਨਾਵਾਂ ਪੜ੍ਹਨ ਨੂੰ ਮਿਲਣਗੀਆਂ। 2 ਕਿਲੋ ਸੋਨਾ ਲੈ ਕੇ ਉਹਦੀ ਛਿਆਈ ਬਣਾ ਕੇ ਬਾਬਾ ਦੀਪ ਸਿੰਘ ਜੀ ਇੱਕ ਸਰੂਪ ਚਮਕਦੇ ਅੱਖਰਾਂ ਨਾਲ ਤਿਆਰ ਕੀਤਾ। ਉਹ ਸਰੂਪ ਤਿਆਰ ਕਰਕੇ ਅਕਾਲ ਤਖਤ ਸਾਹਿਬ ਤੇ ਭੇਜਿਆ ਸੀ ਬਾਬਾ ਦੀਪ ਸਿੰਘ। ਦੂਸਰਾ ਸਰੂਪ ਤਿਆਰ ਕੀਤਾ ਜਿੱਥੋਂ ਅੰਮ੍ਰਿਤ ਦੀ ਦਾਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਮਿਲੀ ਸੀ, ਉੱਥੇ ਬਾਬਾ ਦੀਪ ਸਿੰਘ ਜੀ ਨੇ ਦੂਸਰਾ ਸਰੂਪ ਤਿਆਰ ਕਰਕੇ ਕੇਸਗੜ੍ਹ ਸਾਹਿਬ ਤੇ ਭੇਜੇ, ਸਾਡੇ ਤਖਤ ਨੇ। ਤੀਸਰਾ ਸਰੂਪ ਤਿਆਰ ਕਰਕੇ ਜਿੱਥੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਸੀ, ਤੀਸਰਾ ਸਰੂਪ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਨੇ ਉੱਥੇ ਭੇਜਿਆ। ਚੌਥਾ ਸਰੂਪ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਨੇ ਨੰਦੇੜ ਸਾਹਿਬ ਦੀ ਧਰਤੀ ਤੇ ਭੇਜਿਆ। ਗੁਰਮੁਖੋ, 11 ਸਾਲ ਲਗਾਤਾਰ 4 ਸਰੂਪ ਤਿਆਰ ਕੀਤੇ। ਉਹ ਕਿੰਨੀ ਕੁ ਬਾਣੀ ਉਹਨਾਂ ਦੇ ਅੰਦਰ ਰਚ ਗਈ, ਰੋਮ ਰੋਮ ਦੇ ਵਿੱਚ ਬਾਣੀ ਵਾ। ਇੱਥੋਂ ਤੱਕ ਕਿ ਵੀ ਬਾਬਾ ਦੀਪ ਸਿੰਘ ਜੀ ਦਾ ਜੀਵਨ ਹੀ ਬਾਣੀ ਬਣ ਗਿਆ। ਇਹਨੀ ਬਾਣੀ ਦੇ ਨਾਲ ਪ੍ਰੇਮ, ਇਹਨਾਂ ਬਾਣੀ ਪੜ੍ਹੀ, ਇਹਨੇ ਉਹਦੇ ਅਰਥ ਕੀਤੇ, ਆਪ ਸੰਗਤਾਂ ਨੂੰ ਗਿਆਤ ਹੋਵੇ। ਬਹੁਤ ਵੱਡੇ ਕਥਾਵਾਚਕ, ਬੜਾ ਪ੍ਰਚਾਰ ਕੀਤਾ ਬਾਬਾ ਦੀਪ ਸਿੰਘ। ਆ ਦਮਦਮੀ ਟਕਸਾਲ ਦੇ ਮੋਢੀ ਬਾਬਾ ਦੀਪ ਸਿੰਘ ਜੀ ਨੇ। ਖੈਰ ਗੁਰਮੁਖੋ, ਜਦੋਂ ਇਹਨਾਂ ਦਿਨਾਂ ਦੇ ਵਿੱਚ, ਹੁਣ ਵੇਖੋ ਆਪਾਂ ਇਸ ਸਿੱਖ ਦੇ ਜੀਵਨ ਵਾਚ ਰਹੇ ਹਾਂ, ਇਹਨਾਂ ਦਿਨਾਂ ਦੇ ਵਿੱਚ ਹੀ ਅਬਦਾਲੀ ਚੜ੍ਹ ਕੇ ਆਇਆ, ਜਿਹਨੇ ਉਸ ਵੇਲੇ ਜਿਉਂ ਕਾਬਲ ਤੋਂ ਚੜ੍ਹਿਆ ਦਿੱਲੀ ਤੱਕ ਦੀਆਂ ਕੰਧਾਂ ਕਵਾ ਦਿੱਤੀਆਂ। ਪਤਾ ਨਹੀਂ ਕਿੰਨੇ ਕੁ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਇਹਨੇ ਚੁੱਕ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਕਿੰਨੀ ਕੁ ਧਨ ਦੌਲਤ ਲੁੱਟੀ, ਦਿੱਲੀ ਤੋਂ ਲੈ ਕੇ ਉਹ ਕਾਬਲ ਤੱਕ। ਜਿਸ ਵੇਲੇ ਪੰਜਾਬ ਵਿੱਚੋਂ ਨੰਗਲ ਲੱਗਾ ਨਾ, ਤੇ ਸਿੱਖ ਜਿਹੜੇ ਸੀ ਅੱਗੇ ਖਲੋ ਗਏ, ਇਹਨਾਂ ਨੇ ਇਹਨੂੰ ਹੌਲਾ ਕਰਕੇ ਭੇਜਿਆ। ਇੱਥੋਂ ਤੱਕ ਵੀ ਲਿਖਿਆ ਵੀ 1800 ਗੱਡੇ ਲੈ ਕੇ ਜਾ ਰਹੇ ਅਸੀਂ ਲੁੱਟ ਕੇ ਧਨ ਦੌਲਤ ਅਬਦਾਲੀ। ਜਿਸ ਵੇਲੇ ਲੈ ਕੇ ਪੰਜਾਬ ਵਿੱਚੋਂ ਨੰਗਲ ਲੱਗਾ, ਸਿੱਖ ਜੰਗਲਾਂ ਵਿੱਚ ਸਨ, ਇਹਨਾਂ ਨੇ ਹਮਲਾ ਕਰ ਦਿੱਤਾ। 900 ਗੱਡੇ ਖੋਹ ਲਏ ਸੀ। ਜਿਹੜੀਆਂ ਬਹੁ ਬੇਟੀਆਂ ਹਿੰਦੁਸਤਾਨ ਦੀਆਂ ਲੁੱਟ ਕੇ ਲਿਜਾ ਰਿਹਾ ਸੀ ਨਾ, ਉਹਨਾਂ ਨੂੰ ਖੋਹ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਇਹ ਸਾਡੇ ਸਿੱਖਾਂ ਦਾ ਇਤਿਹਾਸ ਹੈ, ਸਿੰਘਾਂ ਦਾ ਇਤਿਹਾਸ ਹੈ। ਕਹਿਣ ਲੱਗੇ ਜਿਸ ਵੇਲੇ ਅਬਦਾਲੀ ਇੰਨਾ ਖਿਝਿਆ ਜਾ ਕੇ ਲਾਹੌਰ, ਕਹਿਣ ਲੱਗਾ ਵੀ ਮੇਰਾ ਨਾਮ ਸੁਣ ਕੇ ਦਿੱਲੀ ਦੀਆਂ ਕੰਧਾਂ ਕੰਬਦੀਆਂ ਨੇ, ਮੇਰੇ ਸਾਹਮਣੇ ਕੋਈ ਜੁਰਤ ਨਹੀਂ ਕਰਦਾ। ਮੇਰੇ ਸਾਹਮਣੇ ਕੌਣ ਨੇ ਜਿਹੜੇ ਪੰਜਾਬ ਦੀ ਧਰਤੀ ਤੇ ਮੇਰੇ ਉੱਤੇ ਹਮਲਾ ਕਰ ਦਿੰਦੇ। ਉੱਥੇ ਫਿਰ ਇਹਨੂੰ ਖਬਰਾਂ ਮਿਲੀਆਂ। ਕਹਿਣ ਲੱਗੇ ਅਬਦਾਲੀ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ, ਇਹ ਤੇਰੀ ਤਲਵਾਰ ਤੋਂ ਨਹੀਂ ਡਰਦੇ। ਇਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ ਹੈ। ਜਦੋਂ ਪਾਹੁਲ ਛਕ ਲੈਂਦੇ ਨੇ, ਫਿਰ ਤੇਰੇ ਵਰਗਿਆਂ ਨੂੰ ਬੱਕਰੀਆਂ ਭੇਡਾਂ ਸਮਝ ਕੇ ਉਹਨਾਂ ਤੇ ਸ਼ੇਰਾਂ ਦੀ ਤਰ੍ਹਾਂ ਝਪਟ ਪੈਂਦੇ। ਕਹਿਣ ਲੱਗੇ ਇਹਨਾਂ ਦਾ ਖਾਤਮਾ ਹੋ ਸਕਦਾ, ਤੇ ਉੱਥੇ ਹੀ ਇਹਨੂੰ ਦੱਸਿਆ ਗਿਆ ਸੀ। ਕਹਿਣ ਲੱਗੇ ਅਬਦਾਲੀ, ਪਹਿਲੀ ਗੱਲ ਤੇ ਇਹਨਾਂ ਦਾ ਖਾਤਮਾ ਨਹੀਂ ਤੂੰ ਕਰ ਸਕਦਾ। ਜੇ ਇਹਨਾਂ ਨੂੰ ਖਤਮ ਕਰਨਾ ਹੀ, ਤੇ ਇਹਨਾਂ ਦਾ ਅਸਥਾਨ ਹੈ ਹਰਮੰਦਰ ਸਾਹਿਬ। ਜਿੰਨੀ ਦੇਰ ਤੱਕ ਹਰਮੰਦਰ ਕਾਇਮ ਹੈ, ਉਨੀ ਦੇਰ ਤੱਕ ਇਹ ਸਿੱਖਾਂ ਦਾ ਖਾਤਮਾ ਨਹੀਂ ਹੋ ਸਕਦਾ। ਉਹ ਇੰਨਾ ਖਿਝਿਆ, ਆਪ ਤੇ ਵਾਪਸ ਕਾਬਲ ਚਲਾ ਗਿਆ। ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਇਹਨੇ ਸੂਬੇਦਾਰ ਬਣਾਇਆ। ਜਹਾਨ ਖਾਨ ਨੂੰ ਇਹਨੇ ਉਸ ਵੇਲੇ ਉਹਦੇ ਅੰਦਰ ਕੀਤਾ। ਤੇ ਕਹਿਣ ਲੱਗੇ ਬੇਟਾ, ਮੈਨੂੰ ਪਤਾ ਲੱਗਾ ਵੀ ਪੰਜਾਬ ਦੀ ਧਰਤੀ ਤੇ ਇਹ ਸਿੰਘ ਮੇਰੇ ਕਾਬੂ ਨਹੀਂ ਆਉਂਦੇ। ਕਹਿਣ ਲੱਗੇ ਹੁਣ ਮੈਂ ਚੱਲਿਆ ਵਾਪਸ, ਤੈਨੂੰ ਮੈਂ ਲਾਹੌਰ ਦਾ ਸਾਰਾ ਨਾਇਕ ਬਣਾ ਕੇ ਚੱਲਿਆ। ਜਿੱਥੋਂ ਇਹਨਾਂ ਨੂੰ ਅੰਮ੍ਰਿਤ ਦੀ ਦਾਤ, ਜਿੱਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ, ਉਹ ਹਰਮੰਦਰ ਸਾਹਿਬ ਢਾਹ ਦੇ, ਇਸ ਸਰੋਵਰ ਨੂੰ ਪੂਰ ਦੇ। ਮੈਂ ਦੁਬਾਰਾ ਆਵਾਂ, ਇਹੋ ਜਿਹੀ ਸਿੱਖਾਂ ਨੂੰ ਮਾਰ ਮਾਰ ਮੇਰੇ ਰਸਤੇ ਵਿੱਚ ਕਦੀ ਭੁੱਲ ਕੇ ਵੀ ਨਾ ਆਉਣ। ਗੁਰਮਖੋ, ਜਿਸ ਵੇਲੇ ਆਪ ਕਾਬਲ ਚਲਾ ਗਿਆ, ਇਹਦੇ ਪੁੱਤਰ ਤੈਮੂਰ ਨੇ ਫਿਰ ਆਣ ਕੇ ਜਹਾਨ ਖਾਨ ਨੂੰ ਨਾਲ ਲੈ ਕੇ ਹਰਮੰਦਰ ਸਾਹਿਬ ਢਾਹ ਦਿੱਤਾ, ਦਰਬਾਰ ਸਾਹਿਬ ਪੂਰ ਦਿੱਤਾ ਸੀ। ਇਹ ਖਬਰ ਫਿਰ ਮਿਲੀ ਬਾਬਾ ਦੀਪ ਸਿੰਘ ਜੀ ਨੂੰ ਅੱਜ ਦਮਦਮਾ ਸਾਹਿਬ ਦੀ ਧਰਤੀ ਤੇ। ਜਿਸ ਬਜ਼ੁਰਗ ਬਾਬੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਲਈ, ਸਿੱਖੀ ਨੂੰ ਨਿਭਾਇਆ, ਗੁਰਬਾਣੀ ਦੀ ਲਿਖੀ ਤੇ ਉਸ ਗੁਰਬਾਣੀ ਨੂੰ ਅੰਦਰ ਵਸਾਇਆ। ਅੱਜ ਦਾ ਪਤਾ ਲੱਗਾ, ਸਿੱਖ ਨੇ ਦੱਸਿਆ ਬਾਬਾ ਜੀ ਹਰਮੰਦਰ ਸਾਹਿਬ ਨੂੰ ਢਾਹ ਦਿੱਤਾ ਗਿਆ ਹੈ, ਇਸ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ। ਤੁਸੀਂ ਇੱਥੇ ਬੈਠੇ ਹੋ, ਅੱਜ ਇਸ ਬਜ਼ੁਰਗ ਨੇ ਫਿਰ ਕਲਮ ਰੱਖ ਦਿੱਤੀ, ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕਣ ਲੱਗੇ ਨੇ, 18 ਸੇਰ ਦਾ ਖੰਡਾ ਫੜਿਆ,
ਉੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਅਰਦਾਸ ਕੀਤੀ, ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡਾ ਹੁਕਮ ਸੀ ਬਾਣੀ ਲਿਖੀਏ, ਪਰ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੇ ਹਮਲਾ ਕੀਤਾ ਏ। ਮੇਰੀ ਬੇਨਤੀ ਹੈ ਮੇਰੀ ਮੌਤ ਨਾ ਆਵੇ, ਜਿੰਨੀ ਦੇਰ ਤੱਕ ਮੈਂ ਹਰਮੰਦਰ ਸਾਹਿਬ ਨੂੰ ਇਹਨਾਂ ਲੋਕਾਂ ਕੋਲੋਂ ਆਜ਼ਾਦ ਨਾ ਕਰਵਾ ਲਾਂ, ਮੈਂ ਉਨੀ ਦੇਰ ਤੱਕ ਨਹੀਂ ਮਰਨਾ। ਇਹ ਮੈਂ ਤੇਰੇ ਚਰਨਾਂ ਵਿੱਚ ਪਰਨ ਕਰਕੇ ਤੁਰਨ ਲੱਗਾ। ਜਿਸ ਬਾਬਾ ਦੀਪ ਸਿੰਘ ਦਾ ਅੱਜ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ ਗੁਰਮੁਖੋ, ਪਰ ਉਸ ਵੇਲੇ ਦਮਦਮਾ ਸਾਹਿਬ ਦੀ ਧਰਤੀ ਤੋਂ ਅਰਦਾਸਾਂ ਸੋਧ ਕੇ ਤੁਰਿਆ। ਚੱਲਦਾ ਚੱਲਦਾ ਇਹਨੇ ਹਰਮੰਦਰ ਸਾਹਿਬ ਪਹੁੰਚਿਆ। ਮੈਂ ਉਹ ਬਚਨ ਨਹੀਂ ਸਾਂਝੇ ਕਰਨੇ, ਕਿਉਂ? ਕਿਉਂਕਿ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ, ਉਹ ਸ਼ਹੀਦੀ ਦਿਹਾੜਾ ਆਵੇ, ਉਸ ਦਿਨ ਆਪਾਂ ਵਿਚਾਰਾਂ ਸਾਂਝੀਆਂ ਕਰਦੇ। ਬਸ ਇੱਕ ਘਟਨਾ ਸਾਂਝੀ ਕਰਕੇ ਮੈਂ ਖਿਮਾ ਲਵਾਂਗਾ ਗੁਰਮੁਖੋ। ਕਿੰਨਾ ਕੁ ਸਿੱਖ ਭਾਗਾਂ ਵਾਲਾ ਜਿਹਨੇ ਇੱਕ ਦਿਨ ਨਹੀਂ, 2 ਦਿਨ ਨਹੀਂ, ਕਈ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਕੀਤੀ, ਕਈ ਸਾਲ ਮਹਾਰਾਜ ਜੀ ਦੇ ਦਰਸ਼ਨ ਕੀਤੇ। ਮਹਾਰਾਜਾ ਰਣਜੀਤ ਸਿੰਘ ਨਾ ਜਦੋਂ ਲਾਹੌਰ ਉਹਨਾਂ ਨੇ ਆਪਣੇ ਤਖਤ ਦੇ ਉੱਤੇ ਬਿਰਾਜਮਾਨ ਹੋਣਾ ਕੀਤਾ, ਰਾਜ ਭਾਗ ਸੰਭਾਲਿਆ। ਰਾਜ ਭਾਗ ਸੰਭਾਲ ਕੇ ਉਹਨਾਂ ਨੇ ਇੱਕ ਦਿਨ ਐਲਾਨ ਕੀਤਾ ਸੀ। ਪਤਾ ਕੀ ਐਲਾਨ ਕੀਤਾ? ਕਹਿਣ ਲੱਗੇ, ਕੋਈ ਹੈ ਐਸਾ ਸਿੱਖ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਅੱਖਾਂ ਨਾਲ ਦਰਸ਼ਨ ਕੀਤੇ ਹੋਣ? ਐਲਾਨ ਕਰ ਦਿੱਤਾ, ਜੇ ਹੈ ਤੇ ਮੈਨੂੰ ਦੱਸ ਪਾਓ, ਮੇਰੇ ਦਰਬਾਰ ਵਿੱਚ ਆਵੇ, ਮੈਂ ਉਹਦੀ ਸੇਵਾ ਕਰਾਂ। ਕਹਿਣ ਲੱਗੇ ਐਲਾਨ ਕੀਤਾ ਗਿਆ। ਇੱਕ ਬਜ਼ੁਰਗ ਸੀ, ਉਹਦੀ ਵਿਦਵਾਨਾਂ ਨੇ 2 ਤਰ੍ਹਾਂ ਦੇ ਨਾਲ ਉਮਰ ਲਿਖੀ। ਇੱਕ ਸੱਜਣ ਲਿਖਦਾ ਉਹਦੀ ਉਮਰ ਸੀ 126 ਸਾਲ, ਇੱਕ ਵਿਦਵਾਨ ਲਿਖਦਾ ਉਹਦੀ ਉਮਰ ਸੀ 106 ਸਾਲ। ਜਦੋਂ ਉਸ ਬਜ਼ੁਰਗ ਨੂੰ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਹੈ, ਉਹ ਮਹਾਰਾਜੇ ਦੇ ਦਰਬਾਰ ਦੇ ਵਿੱਚ ਲਾਹੌਰ ਚੱਲ ਕੇ ਗਿਆ। ਜਿਸ ਵੇਲੇ ਖਬਰ ਮਿਲੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਸਿੱਖ ਆਇਆ ਹੈ ਜਿਹਨੇ ਕਲਗੀ ਵਾਲੇ ਦੇ ਦਰਸ਼ਨ ਕੀਤੇ ਨੇ। ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਤੋਂ ਉੱਠਿਆ, ਗੁਰਮਖੋ ਉਸ ਸਿੱਖ ਦੇ ਜਾ ਕੇ ਕੋਲ ਖਲੋ ਕੇ ਆਪਣੀ ਦਾੜੀ ਨੂੰ ਹੱਥ ਵਿੱਚ ਫੜ ਕੇ ਉਸ ਸਿੱਖ ਦੇ ਪੈਰ ਝਾੜਨ ਲੱਗ ਪਿਆ। ਕਹਿਣ ਲੱਗੇ, ਸਿੱਖਾ ਮੈਂ ਕੁਰਬਾਨ, ਮੈਂ ਸਦਕੇ, ਮੈਂ ਤਾਂ ਨਹੀਂ ਕਲਗੀ ਵਾਲੇ ਦੇ ਦਰਸ਼ਨ ਕਰ ਸਕਿਆ। ਸਿੱਖਾ ਤੂੰ ਕਿੰਨੇ ਭਾਗਾਂ ਵਾਲਾ, ਆਪਣੇ ਨੇਤਰਾਂ ਦੇ ਨਾਲ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਆਪ ਆਪਣੇ ਦਰਬਾਰ ਵਿੱਚ ਲੈ ਕੇ ਗਿਆ, ਆਪਣੇ ਅਸਥਾਨ ਤੇ ਬਿਠਾਇਆ। ਕਹਿਣ ਲੱਗੇ, ਦੱਸ ਕਦੋਂ ਦਰਸ਼ਨ ਕੀਤੇ, ਕਿੰਨਾ ਸਮਾਂ ਦਰਸ਼ਨ ਕੀਤੇ ਨੇ? ਉਸ ਬਜ਼ੁਰਗ ਸਿੱਖ ਨੇ ਦੱਸਿਆ ਸੀ। ਕਹਿਣ ਲੱਗੇ, ਰਣਜੀਤ ਸਿਆਂ, ਮੇਰੀ ਉਮਰ ਉਸ ਵੇਲੇ 4 ਸਾਲ ਦੀ ਸੀ। ਮੈਂ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਸਾਂ। ਇਹਨਾਂ ਨੇਤਰਾਂ ਦੇ ਨਾਲ ਮੈਂ ਤੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਬਸ 1-2 ਵਾਰੀ ਦਰਸ਼ਨ ਹੋਏ ਨੇ, ਪਰਤ ਕੇ ਮੈਨੂੰ ਸਮਾਂ ਨਹੀਂ ਮਿਲਿਆ। ਮਹਾਰਾਜਾ ਰਣਜੀਤ ਸਿੰਘ ਨਾਲੇ ਸੁਣੀ ਗਿਆ ਹੈ ਉਸ ਸਿੱਖ ਦੀ ਰਸਨਾ ਤੋਂ ਗੁਰੂ ਦੇ ਬੋਲ, ਨਾਲੇ ਉਸ ਸਿੱਖ ਵੱਲ ਵੇਖੀ ਗਿਆ ਹੈ, ਨਾਲੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਫਿਰ ਉਸ ਸਿੱਖ ਦੇ ਚਰਨਾਂ ਨੂੰ ਦਾੜੀ ਨਾਲ ਝਾੜਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿਣ ਲੱਗਾ, ਸਿੱਖਾ ਅੱਜ ਮੈਂ ਮਹਾਰਾਜਾ ਰਣਜੀਤ ਸਿੰਘ ਬਣਿਆ, ਮੈਂ ਗੁਰੂ ਦੇ ਦਰਸ਼ਨ ਤਾਂ ਨਹੀਂ ਕਰ ਸਕਿਆ, ਅੱਜ ਉਸ ਸਿੱਖ ਦੇ ਦਰਸ਼ਨ ਕਰਦਾ ਪਿਆ ਜਿਸ ਸਿੱਖ ਨੇ ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਬੋਲ ਅੱਜ ਜੋ ਕਹੇਗਾ ਮੈਂ ਉਹ ਤੇਰੇ ਵਾਸਤੇ ਕਰਾਂ, ਕੀ ਸੇਵਾ ਕਰ ਸਕਦਾ। ਉਸ ਬਜ਼ੁਰਗ ਨੇ ਇੰਨੇ ਬਚਨ ਕਹਿ ਸੀ। ਕਹਿਣ ਲੱਗੇ, ਰਣਜੀਤ ਸਿਆਂ, ਗਰੀਬੀ ਬਹੁਤ ਹੈ ਘਰ ਦੇ, ਪ੍ਰਸ਼ਾਦਾ ਵੀ ਚੱਜ ਨਾਲ ਨਹੀਂ ਮਿਲਦਾ, ਜੇ ਅੱਜ ਕਿਰਪਾ ਦੇ ਘਰ ਦੇ ਵਿੱਚ ਆਇਆ ਤੇ ਗਰੀਬੀ ਕੱਢ ਦੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ। ਕਹਿਣ ਲੱਗੇ, ਮੇਰੇ ਖਜ਼ਾਨੇ ਦੇ ਵਿੱਚੋਂ ਗੱਡੇ ਭਰ ਲਓ ਮਾਇਆ ਦੇ, ਗੱਡੇ ਭਰ ਲਓ ਸੋਨੇ ਦੇ, ਇੱਕ ਪਾਲਕੀ ਤਿਆਰ ਕਰੋ, ਇਸ ਬਜ਼ੁਰਗ ਨੂੰ ਪਾਲਕੀ ਵਿੱਚ ਸਵਾਰ ਕਰੋ, ਇਹਦੇ ਪਿੰਡ ਵਿੱਚ ਜਾ ਕੇ ਛੱਡ ਕੇ ਆਓ, ਇਹਦਾ ਘਰ ਜਿਹੜਾ ਸੋਨੇ ਨਾਲ ਤੇ ਰੁਪਈਆਂ ਨਾਲ ਭਰ ਦਿਓ। ਇਹਨੇ ਮੇਰੇ ਗੁਰੂ ਦੇ ਦਰਸ਼ਨ ਕੀਤੇ। ਮੈਂ ਇਸ ਕਰਕੇ ਘਟਨਾ ਸਾਂਝੀ ਕੀਤੀ ਗੁਰਮਖੋ। ਉਸ ਸਿੱਖ ਨੇ ਗੁਰੂ ਦੇ ਦਰਸ਼ਨ ਕੀਤੇ। ਮਹਾਰਾਜਾ ਰਣਜੀਤ ਸਿੰਘ ਉਹ ਤੋਂ ਕੁਰਬਾਨ ਜਾ ਰਿਹਾ ਹੈ, ਤੇ ਜਿਸ ਸਿੱਖ ਦਾ ਬਾਬਾ ਦੀਪ ਸਿੰਘ ਦੇ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ, ਉਸ ਸਿੱਖ ਨੇ ਇੱਕ ਦਿਨ ਦਰਸ਼ਨ ਨਹੀਂ, ਕਈ ਸਾਲ ਗੁਰੂ ਦੇ ਦਰਸ਼ਨ ਕੀਤੇ, ਕਈ ਸਾਲ ਗੁਰੂ ਦੀ ਸੰਗਤ ਕੀਤੀ। ਤੇ ਕੱਲਾ ਦਰਸ਼ਨ ਨਹੀਂ ਕੀਤੇ, ਗੁਰੂ ਦੀ ਸੰਗਤ ਨਹੀਂ ਕੀਤੀ, ਗੁਰੂ ਦੀ ਗੋਦ ਦਾ ਆਨੰਦ ਵੀ ਮਾਣਿਆ। ਉਸ ਗੁਰਸਿੱਖ ਦਾ ਜਨਮ ਦਿਹਾੜਾ ਆਪ ਇਸ ਪਾਵਨ ਅਸਥਾਨ ਤੇ ਮਨਾ ਰਹੇ ਹੋ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇਸੇ ਤਰ੍ਹਾਂ ਅਸੀਂ ਗੁਰੂ ਸਿੱਖਾਂ ਦੇ ਦਿਹਾੜੇ ਵੀ ਮਨਾਈਏ, ਗੁਰੂਆਂ ਦੇ ਦਿਹਾੜੇ ਵੀ ਮਨਾਈਏ। ਤੇ ਇੱਕ ਬੇਨਤੀ ਜਿਹੜੀ ਹੋਰ ਕੀਤੀ ਜਾਂਦੀ ਹੈ, ਅੱਜ ਜਿਹੜੇ ਉਹ ਸਾਡੇ ਸਿੱਖ ਗੁਰੂ ਦੀ ਸਿੱਖੀ ਨੂੰ ਸਾਂਭ ਕੇ ਬੈਠੇ ਨੇ, ਦਿੱਲੀ ਵਿੱਚ ਵਿਚਾਰੇ ਪਰੇਸ਼ਾਨ ਹੋ ਰਹੇ ਨੇ, ਅੱਜ ਉਹ ਮੁਸੀਬਤਾਂ ਵਿੱਚ ਘਿਰੇ ਨੇ, ਉਹਨਾਂ ਵਾਸਤੇ ਅਸੀਂ ਅਰਦਾਸ ਜ਼ਰੂਰ ਕਰਕੇ ਜਾਈਏ। ਮਹਾਰਾਜ ਕਿਰਪਾ ਕਰੋ, ਉਹਨਾਂ ਤੇ ਵੀ ਬਖਸ਼ਿਸ਼ ਕਰੋ, ਉਹਨਾਂ ਨੂੰ ਆਪਣੇ ਕੰਮਾਂ ਦੇ ਵਿੱਚ ਸਫਲਤਾਵਾਂ ਮਿਲਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਪੁੱਲਾਂ ਬਖਸ਼ ਲੈਣੀਆਂ।